ਸਤਨਾਮ ਸਤਨਾਮ ਧੰਨ ਵਾਹਿਗੁਰੂ ਜੀ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। ਜਬ ਗੁਰ ਬੋਲੇ ਹੈ ਤਬ ਬਿਸਮ ਹੋਏ ਜਾਏ। ਹਮ जैसे अपराधी अवर कोई राखे, जैसे हम सतगुर राख लिए छड़ाए। तू गुर पिता तू है गुर माता, तू गुर बंदप मेरा सखा सखाए। हम अवगुण भरे एक गुण नाही, अमृत छाड़ बिखै बिख खाही। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तिह मिलंत जम त्रास मिटाई। एक अरदास पाठ कीरत की, गुर रामदास राखो सरनाई। एक अरदास पाठ कीरत की, गुर रामदास राखो सरनाई। परम सम्मानयोग जुगो जुग अटल तखत चौर छत्र दे मालिक सतगुरु श्री गुरु ग्रंथ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਸੰਗਤ ਜੀ ਹਾਜ਼ਰੀਆਂ ਭਰ ਕੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਕਿਰਪਾ ਕੀਤੀ ਹੈ ਕਿ ਸਮਾਂ ਉਹੀ ਸਫਲਾ ਹੈ ਜਿਹੜਾ ਪਰਮਾਤਮਾ ਦੀ ਯਾਦ ਦੇ ਵਿੱਚ ਬਤੀਤ ਹੋਵੇ। ਜਿਹੜਾ ਸਮਾਂ ਦੀ ਯਾਦ ਤੋਂ ਬਗੈਰ ਲੰਘ ਜਾਂਦਾ ਹੈ, ਸਤਿਗੁਰ ਮਹਾਰਾਜ ਕਹਿੰਦੇ ਨੇ ਉਹ ਸਮਾਂ ਭਿਆਨਕ ਹੈ, ਉਹ ਸਮਾਂ ਵਿਛੋੜੇ ਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਸਤਿਗੁਰ ਮਹਾਰਾਜ ਜੀ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪੈ ਤੁਧ ਭਗਵੰਤਾ। ਮੋਹਿ ਰੈਨ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ। ਸਤਿਗੁਰ ਮਹਾਰਾਜ ਪਾਤਸ਼ਾਹ ਦੀ ਕਿਰਪਾ ਕਰਨ ਕਿ ਸਾਡਾ ਸੁਭਾਅ ਬਣ ਜਾਏ, ਸਾਡੀ ਆਦਤ ਬਣ ਜਾਏ, ਸਾਡਾ ਜੀਵਨ ਐਸਾ ਬਣ ਜਾਏ ਕਿ ਅਸੀਂ ਨਿਤ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ
ਗੁਰਦੁਆਰੇ ਹੋਏ ਸੋਝੀ ਪਾਏ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਓ ਸੱਚੀ ਬਾਣੀ। ਮਹਾਰਾਜ ਬੁਲਾਉਂਦੇ ਪਏ ਨੇ, ਆਪਣੀ ਹਜ਼ੂਰੀ ਵਿੱਚ ਬਿਠਾਉਂਦੇ ਪਏ ਨੇ। ਆਪ ਸੰਗਤ ਭਾਗਾਂ ਵਾਲੇ ਹੋ ਕੇ ਸਤਿਗੁਰ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਕਰਕੇ ਇਸ ਰਾਤਰੀ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਆਓ ਸਭ ਤੋਂ ਪਹਿਲਾਂ ਜੋ ਬੇਸ਼ਤਰ ਮਰਿਆਦਾ ਹੈ, ਆਗੇ ਆਓ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਹਾਜ਼ਰੀ ਸਭ ਦੀ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗ ਸਕੇ। ਬਾਣੀ ਪੜ੍ਹਦਿਆਂ, ਨਾਮ ਜਪਦਿਆਂ, ਜਾਂ ਜਦੋਂ ਕੋਈ ਬੁਲਾਰਾ ਆ ਕੇ ਆਖੇ ਕਿ ਆਓ ਹਾਜ਼ਰੀ ਲਵਾਈਏ, ਫਤਿਹ ਬੁਲਾਈਏ, ਤੇ ਕਦੀ ਵੀ ਇਹ ਨਹੀਂ ਸੋਚਣਾ ਕਿ ਮੈਂ ਫਤਿਹ ਨਹੀਂ ਬੁਲਾਉਣੀ। ਇਹ ਤਾਂ ਫਤਿਹ ਬੁਲਾਉਣ ਵਾਲੇ ਦਾ ਕੰਮ, ਸਟੇਜ ਵਾਲੇ ਦਾ ਕੰਮ ਹੁੰਦਾ ਹੈ। ਫਤਿਹ ਜਿਹੜੀ ਹੈ ਇਹਦੇ ਵਿੱਚ ਸਿਮਰਨ ਹੈ। ਫਤਿਹ ਦੇ ਵਿੱਚੋਂ ਸਮਰਪਣ ਭਾਵਨਾ ਨਿਕਲਦੀ ਹੈ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਹੁਕਮ ਕੀਤਾ ਹੈ ਕਿ ਆਗੇ ਆਓ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਜਿਹੜਾ ਸਿੰਘ ਨੂੰ ਮਿਲਦਾ ਹੈ ਤੇ ਉਹ ਫਤਿਹ ਜ਼ਰੂਰ ਬੁਲਾਵੇ। ਦੂਸਰਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਪਾਪ ਕਰਤ ਤੂੰ ਸਦਾ ਸੰਗ। ਜਦੋਂ ਪਾਪ ਕਰਨਾ ਹੋਵੇ ਤਾਂ ਉਦੋਂ ਥੋੜਾ ਸੰਗ ਜਿਆ ਕਰ। ਕਿਉਂਕਿ ਹੋ ਸਕਦਾ ਹੈ ਕਿ ਸ਼ਾਇਦ ਪਾਪ ਤੋਂ ਤੂੰ ਬਚ ਜਾਵੇਂ। ਪਰ ਜਦੋਂ ਨਾਮ ਲੈਣ ਦੀ ਗੱਲ ਆਉਂਦੀ ਹੈ ਤੇ ਉੱਥੇ ਬਾਣੀ ਆਖਦੀ ਹੈ ਕਿ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਸੰਗ ਨਹੀਂ, ਸ਼ਰਮ ਕੋਈ ਨਹੀਂ, ਕਿਉਂਕਿ ਨਾਮ ਜਪਣਾ ਹੈ ਨਾ। ਸਤਿਗੁਰ ਮਹਾਰਾਜ ਜੀ ਦੀ ਫਤਿਹ ਬੁਲਾਉਣੀ ਹੁੰਦੀ ਹੈ ਤੇ ਗੱਜ ਕੇ ਬੁਲਾਇਆ ਕਰੋ। ਕੋਈ ਰਸਨਾ ਵਾਂਝੀ ਨਾ ਰਹੇ, ਅਦਬ ਪਿਆਰ ਸਤਿਕਾਰ ਸਹਿਤ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਸੀਸ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਮਹਾਰਾਜ ਕਹਿੰਦੇ ਨੇ ਲਾਹੌਰ ਜਿਹੜਾ ਸੀ, ਉੱਥੇ ਜਿਉਂ ਸਵੇਰ ਸ਼ੁਰੂ ਹੁੰਦੀ ਸੀ ਉਦੋਂ ਤੋਂ ਹੀ ਕਹਿਰ ਵਰਤਣਾ ਸ਼ੁਰੂ ਹੋ ਜਾਂਦਾ ਹੈ। ਸਵੇਰ ਤੋਂ ਹੀ ਕਹਿਰ ਵਰਤਦਾ ਹੈ, ਸਵੇਰ ਤੋਂ ਹੀ ਕਤਲੋ ਗਾਲਤ ਚੱਲਦੀ ਹੈ, ਸਵੇਰ ਤੋਂ ਹੀ ਹਾਹਾਕਾਰ ਜਿਹੜੀ ਸੀ ਉਸ ਸ਼ਹਿਰ ਦੇ ਵਿੱਚ ਵੱਜਣੀ ਜਿਹੜੀ ਸੀ ਸੁਣਾਈ ਦਿੰਦੀ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਫਿਰ ਇੱਕ ਬਚਨ ਹੋਰ ਅਸੀਂ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਨੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਮਹਾਰਾਜ ਕਹਿੰਦੇ ਨੇ ਅੰਮ੍ਰਿਤਸਰ ਜਿਹੜਾ ਹੈ ਉਹ ਸਿਫਤੀ ਦਾ ਘਰ ਬਣਿਆ ਤੇ ਲਾਹੌਰ ਉਸ ਦਿਨ ਅੰਮ੍ਰਿਤ ਦਾ ਸਰ ਬਣ ਗਿਆ ਜਿੱਦਣ ਉਸ ਸ਼ਹਿਰ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਕਿਤੇ ਵੀ ਸਿੱਖ ਵਿਚਰੇ। ਜਦੋਂ ਸਮੂਹਿਕ ਤੌਰ ਤੇ ਅਸੀਂ ਅਰਦਾਸ ਕਰਦੇ ਹਾਂ ਤੇ ਅਰਦਾਸ ਦੇ ਵਿੱਚ ਬਚਨ ਅਸੀਂ ਪੜ੍ਹਦੇ ਹਾਂ ਜੋ ਅੱਜ ਦਾ ਵਿਸ਼ਾ ਆਪ ਜੀ ਦੇ ਨਾਲ ਸਾਂਝ ਕਰਨੀ ਹੈ। ਅਰਦਾਸ ਦੇ ਵਿੱਚ ਅਸੀਂ ਆਖਦੇ ਹਾਂ ਕਿ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਆਖਦੇ ਆ, ਨਾ ਕਿ ਕੱਲੇ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਆਖਦੇ ਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਪੰਥ ਨੂੰ ਜੋ ਦਾਤ ਝੋਲੀ ਦੇ ਵਿੱਚ ਪਾਈ, ਕਈ ਵਾਰੀ ਇਹ ਦੇਖ ਕੇ ਹੈਰਾਨ ਹੋਈਦਾ ਕਿ ਸੱਚੇ ਪਾਤਸ਼ਾਹ ਮਹਾਰਾਜ ਤੂੰ ਕਿੰਨਾ ਬੇਅੰਤ, ਤੇ ਤੇਰੀ ਬੇਅੰਤਤਾ ਜਿਹੜੀ ਹੈ ਉਹ ਹਰ ਇੱਕ ਤੇਰੇ ਕਾਰਜ ਦੇ ਵਿੱਚੋਂ ਝਲਕਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਅੰਮ੍ਰਿਤ ਇਸ਼ਨਾਨਾਂ ਦੀ ਗੱਲ ਕੀਤੀ ਹੈ ਨਾ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਇਹ ਅਸਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 5 ਸਰੋਵਰ ਨੇ। ਉਹ 5 ਸਰੋਵਰਾਂ ਦੇ ਨਾਮ ਅਸੀਂ ਤਕਰੀਬਨ ਹੋ ਸਕਦਾ ਹੈ ਕਿ ਸਾਰੇ ਨੂੰ ਪਤਾ ਹੋਵਣ। ਰਾਮਸਰ ਹੈ, ਬਬੀਕਸਰ ਹੈ, ਸੰਤੋਖ ਸਰ ਹੈ, ਕੌਲ ਸਾਰੇ ਤੇ ਹਰਮੰਦਰ ਸਾਹਿਬ ਹੈ। ਇਹ ਸਰੋਵਰਾਂ ਦੇ ਅਸਲ ਦੇ ਵਿੱਚ ਦਰਸ਼ਨ ਇਸ਼ਨਾਨ ਦੀ ਗੱਲ ਕੀਤੀ। ਹੁਣ ਦੇਖੋ ਕਈ ਜਿਹੜੇ ਲੋਕ ਨੇ ਉਹ ਇਹ ਆਖਦੇ ਨੇ ਕਿ ਇਹ ਜਿਹੜੇ ਸਰੋਵਰ ਸੀ ਨਾ, ਇਹ ਇਕੱਲਾ ਸਰੀਰ ਨੂੰ ਨਹਾਉਣ ਵਾਸਤੇ ਸਤਿਗੁਰੂ ਮਹਾਰਾਜ ਨੇ ਇਸ਼ਨਾਨ ਕਰਨ ਵਾਸਤੇ ਬਣਾ ਦਿੱਤੇ ਕਿ ਦੂਰੋਂ ਸੰਗਤ ਚੱਲ ਕੇ ਆਉਂਦੀ ਸੀ। ਬੜੀ ਦੂਰੋਂ ਕੋਈ ਕਾਬਲ ਤੋਂ ਚੱਲ ਕੇ ਆਇਆ, ਕੋਈ ਅਫਗਾਨਿਸਤਾਨ ਤੋਂ ਚੱਲ ਕੇ ਆਇਆ, ਕੋਈ ਕੰਧਾਰ ਤੋਂ ਚੱਲਿਆ, ਕੋਈ ਸ਼੍ਰੀਲੰਕਾ ਤੋਂ ਚੱਲਿਆ।
ਦੂਰੋਂ ਸੰਗਤ ਚੱਲ ਕੇ ਆਉਂਦੀ ਸੀ, ਥਕਾਵਟ ਹੋ ਜਾਂਦੀ ਸੀ ਤੇ ਇਹ ਇਸ਼ਨਾਨ ਕਰਨ ਵਾਸਤੇ ਬਣਾਏ। ਪਰ ਜੇ ਇਸ਼ਨਾਨ ਵਾਸਤੇ ਬਣਾਏ ਸੀ ਤੇ ਫਿਰ ਇੱਕ ਸਰੋਵਰ ਵੀ ਬਹੁਤ ਸੀ। ਜੇ ਇਸ਼ਨਾਨ ਦੇ ਵਾਸਤੇ ਬਣਾਈ ਸੀ ਤੇ ਫਿਰ ਵੱਖਰੇ ਵੱਖਰੇ ਨਾਮ ਰੱਖਣ ਦੀ ਕੋਈ ਜ਼ਰੂਰਤ ਨਹੀਂ ਸੀ। ਫਿਰ ਉਹ ਪਾਣੀ ਦਾ ਇੱਕ ਸੋਮਾ ਤਿਆਰ ਕਰਾ ਦਿੰਦੇ ਤੇ ਉਹ ਆਖਦੇ ਕਿ ਇਹਦੇ ਵਿੱਚ ਇਸ਼ਨਾਨ ਕਰੋ ਤੇ ਫਿਰ ਗੁਰੂ ਕੀ ਸੰਗਤ ਵਿੱਚ ਜਾਓ ਤੇ ਸੰਗਤ ਵਿੱਚ ਜਾ ਕੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਸੁਣੋ, ਤੁਹਾਡਾ ਕਾਰਜ ਸਫਲ ਹੋ ਗਿਆ। ਪਰ ਸਤਿਗੁਰੂ ਮਹਾਰਾਜ ਜੇਕਰ ਕੋਈ ਨਾਮ ਵੀ ਰੱਖਦੇ ਆ ਨਾ, ਉਹਦੇ ਪਿੱਛੇ ਵੀ ਸਤਿਗੁਰੂ ਮਹਾਰਾਜ ਕੋਈ ਨਾ ਕੋਈ ਕਾਰਨ ਜਾਂ ਉਹਦੇ ਪਿੱਛੇ ਕੋਈ ਉਪਦੇਸ਼ ਲੁਕਿਆ ਹੈ। ਇਹ ਪੰਜ ਸਰੋਵਰ ਸਤਿਗੁਰੂ ਮਹਾਰਾਜ ਨੇ ਸਾਨੂੰ ਅੰਮ੍ਰਿਤਸਰ ਸਤਿਗੁਰੂ ਸਤਵਾਦੀ ਜਿਤ ਨਾਤੇ ਕਉਆ ਹੰਸ ਹੋ ਹੈ। ਸਤਿਗੁਰੂ ਮਹਾਰਾਜ ਜੀ ਨੇ ਇਸ ਜਗ੍ਹਾ ਨੂੰ ਜਿਹੜਾ ਹੈ, ਇਸ ਨੂੰ ਸੱਚਖੰਡ ਦੇ ਨਾਲ ਤੁਲਨਾ ਕੀਤੀ ਹੈ। ਮਹਾਰਾਜ ਆਖਦੇ ਨੇ ਕਿ ਡਿਠੇ ਸਭੇ ਥਾਵ ਨਹੀਂ ਤੁਧ ਦੇਹਿਆ, ਮਦੋਂ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਵਸਦੀ ਸਗਲ ਅਪਾਰ ਅਨੂਪ ਰਾਮਦਾਸਪੁਰ ਹਰਹਾ, ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਸਤਿਗੁਰੂ ਮਹਾਰਾਜ ਕਹਿੰਦੇ ਬੜੇ ਥਾਂ ਸਾਰੀ ਸ੍ਰਿਸ਼ਟੀ ਦੇ ਮੈਂ ਦੇਖੇ। ਮਹਾਰਾਜ ਨੇ ਇਹ ਨਹੀਂ ਕਿਹਾ ਕਿ ਮੈਂ ਸੁਣੇ ਤੇ ਮੈਂ ਤਾਂ ਲਿਖਦਾ ਪਿਆ ਹੈ। ਮਹਾਰਾਜ ਕਹਿੰਦੇ ਡਿਠੇ ਸਭੇ ਥਾਮ, ਇਹਦਾ ਭਾਵ ਸੀ ਕਿ ਮੈਂ ਬਹੁਤ ਸਾਰੇ ਧਾਰਮਿਕ ਕੇਂਦਰ ਦੇਖੇ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਤੁਧ ਦੇਹਿਆ। ਧੰਨ ਗੁਰੂ ਰਾਮਦਾਸ ਮਹਾਰਾਜ ਤੇਰੇ ਘਰ ਵਰਗਾ ਹੋਰ ਘਰ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਕਿਤੇ ਵੀ ਨਹੀਂ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਸਭ ਤੋਂ ਪਹਿਲਾਂ ਚਲੋ ਸਰੋਵਰਾਂ ਦੀ ਗੱਲ ਕਰਦੇ ਆ। ਮਹਾਰਾਜ ਨੇ ਪੰਜ ਸਰੋਵਰ ਦਿੱਤੇ ਤੇ ਸਿੱਖੀ ਦੇ ਵਿੱਚ ਜਿਹੜੀ ਪੰਜ ਹੈ ਨਾ, ਇਹਦੀ ਮਹਾਨਤਾ ਬਹੁਤ ਹੈ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਜਪਜੀ ਸਾਹਿਬ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਇੱਕ ਪੌੜੀ ਦੇ ਅੰਦਰ ਇਸ਼ਾਰਾ ਕੀਤਾ, ਬਚਨ ਕਹੇ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚ ਪਾਵੇ ਦਰਗ ਹਿਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਵੈਸੇ ਪੰਚ ਦੇ ਅਰਥ ਹੁੰਦਾ ਹੈ ਮੁਖੀ ਜਨ, ਪੰਚ ਦਾ ਇੱਥੇ ਅਰਥ ਹੈ ਸੰਤ ਜਨ, ਗੁਰਮੁਖ ਪਿਆਰਾ। ਫਿਰ ਸਾਨੂੰ ਸਤਿਗੁਰੂ ਮਹਾਰਾਜ ਨੇ ਜਿਹੜੇ ਤਖਤ ਦਿੱਤੇ, ਉਹ ਤਖਤਾਂ ਦੀ ਗਿਣਤੀ ਵੀ ਪੰਜ ਹੈ। ਅਕਾਲ ਤਖਤ ਸਾਹਿਬ ਹੈ, ਕੇਸਗੜ੍ਹ ਸਾਹਿਬ ਹੈ, ਦਮਦਮਾ ਸਾਹਿਬ ਹੈ, ਹਰਮੰਦਰ ਜੀ ਪਟਨਾ ਹੈ ਤੇ ਅਵਚਲ ਨਗਰ ਹਜ਼ੂਰ ਸਾਹਿਬ। ਇਹ ਪੰਜ ਤਖਤ ਨੇ। ਜੇ ਸਤਿਗੁਰੂ ਮਹਾਰਾਜ ਨੇ ਸਾਨੂੰ ਕਕਾਰ ਪਹਿਨਾਏ ਤੇ ਇਹ ਪੰਜ ਕਕਾਰ ਦਿੱਤੇ ਨੇ। ਇਹਨਾਂ ਵਿੱਚ ਕੇਸ ਹੈ, ਕੰਗਾ ਹੈ, ਕੜਾ ਹੈ, ਕਿਰਪਾਨ ਹੈ, ਕਛਹਿਰਾ ਹੈ। ਇਹਨਾਂ ਦੀ ਗਿਣਤੀ ਵੀ ਪੰਜ ਹੈ। ਜਦੋਂ ਅੰਮ੍ਰਿਤ ਸੰਚਾਰ ਕਰਾਉਂਦੇ ਆ ਨਾ ਤੇ ਕਈ ਵਾਰੀ ਪ੍ਰਬੰਧਕ ਜਿਹੜੇ ਨੇ ਉਹ ਕਹਿੰਦੇ ਨੇ ਕਕਾਰ ਅਸੀਂ ਦਵਾਂਗੇ, ਸੇਵਾ ਇਹ ਸਾਡੇ ਵੱਲੋਂ ਹੋਵੇਗੀ। ਪਰ ਜਦੋਂ ਪ੍ਰਬੰਧਕ ਵੀ ਕਕਾਰ ਦਿੰਦੇ ਨੇ ਉਹ ਇਕੱਲੇ ਚਾਰ ਹੀ ਦਿੰਦੇ ਨੇ। ਉਹ ਕਹਿੰਦੇ ਅਸੀਂ ਚਾਰ ਕਕਾਰ ਤੁਹਾਨੂੰ ਦੇ ਸਕਦੇ ਹਾਂ, ਪੰਜਵਾਂ ਅਸੀਂ ਨਹੀਂ ਦੇਣਾ। ਕਿਉਂ? ਕਿਉਂਕਿ ਜਿਹੜਾ ਪੰਜਵਾਂ ਕਕਾਰ ਹੈ ਉਹ ਰੱਬ ਨੇ ਤੁਹਾਨੂੰ ਉਦੋਂ ਹੀ ਦੇ ਦਿੱਤਾ ਜਿੱਦਾਂ ਤੁਸੀਂ ਜਨਮੇ ਸੀ। ਕੇਸ ਜਿੱਦਾਂ ਬੱਚਾ ਜਨਮ ਲੈਂਦਾ ਹੈ ਉਸ ਦਿਨ ਤੋਂ ਉਹਦੇ ਕੋਲ ਨੇ ਪੰਜ ਕਕਾਰ ਦਿੱਤੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ, ਉਸ ਵੇਲੇ ਅੰਮ੍ਰਿਤ ਤਿਆਰ ਕਰਨ ਵਾਸਤੇ ਪੰਜ ਵਸਤੂਆਂ ਇਕੱਠੀਆਂ ਕੀਤੀਆਂ। ਪਹਿਲਾ ਸੀ ਉਹ ਬਾਟਾ, ਜਿਹਨੂੰ ਸਰਬਲੋਹ ਦਾ ਬਾਟਾ ਆਖਿਆ। ਦੂਸਰਾ ਵਿੱਚ ਜਿਹੜਾ ਸੀ ਉਹ ਖੰਡਾ ਪਾਇਆ ਗਿਆ। ਤੀਸਰਾ ਵਿੱਚ ਸਤਲੁਜ ਦਾ ਜਲ ਪਾਇਆ ਗਿਆ। ਚੌਥਾ ਜਿਹੜਾ ਸੀ ਉਹ ਪਤਾਸੇ ਮਾਤਾ ਜੀਤੋ ਜੀ ਨੇ ਲਿਆ ਕੇ ਪਾਏ ਤੇ ਪੰਜਵਾਂ ਸਤਿਗੁਰੂ ਮਹਾਰਾਜ ਵਿੱਚ ਬਾਣੀ ਪੜ੍ਹਦੇ ਪਏ ਨੇ। ਉਸ ਦਿਨ 20 ਪੰਜਾਂ ਦੀ ਗਿਣਤੀ ਹੋਈ ਤੇ ਜਿੱਦਣ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਤਿਆਰ ਕਰਨਾ ਸੀ, ਫਿਰ ਅੰਮ੍ਰਿਤ ਤਿਆਰ ਕਰਨ ਵਾਸਤੇ ਵੀ ਪੰਜ ਬਾਣੀਆਂ ਪੜੀਆਂ ਗਈਆਂ। ਜਪਜੀ ਸਾਹਿਬ, ਜਾਪ ਸਾਹਿਬ, ਸੋਈਏ, ਚੌਪਈ ਤੇ ਆਨੰਦ ਸਾਹਿਬ। ਉੱਥੇ ਵੀ ਪੰਜਾਂ ਦੀ ਗਿਣਤੀ। ਹੁਣ ਸਤਿਗੁਰੂ ਮਹਾਰਾਜ ਨੇ ਜਦੋਂ ਪੰਜ ਬਾਣੀਆਂ, ਪੰਜ ਵਸਤੂਆਂ ਇਕੱਠੀਆਂ ਕੀਤੀਆਂ, ਸੱਚੇ ਪਾਤਸ਼ਾਹ ਨੇ ਪੰਜ ਕਕਾਰ ਸਾਨੂੰ ਦੇ ਦਿੱਤੇ। ਉੱਥੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਆਵਾਜ਼ ਮਾਰੀ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ, ਕੇਸਗੜ੍ਹ ਦੇ ਪਹਾੜੀ ਉੱਪਰ ਖੜੇ ਹੋ ਕੇ ਸਤਿਗੁਰੂ ਮਹਾਰਾਜ ਦੇ ਹੱਥ ਵਿੱਚ ਸ਼ਮਸ਼ੀਰ ਤੇ ਬੇਮਿਆਨ ਹੈ। ਸਤਿਗੁਰੂ ਮਹਾਰਾਜ ਜੀ ਦੇ ਚਿਹਰੇ ਦਾ ਨੂਰ ਉਸ ਦੇ ਇੰਨਾ ਜ਼ਿਆਦਾ ਹੈ ਕਿ ਦੇਖਣ ਵਾਲਿਆਂ ਦੀ ਅੱਖਾਂ ਜਿਹੜੀਆਂ ਨੇ ਉਹ ਝੁੰਝਾਉਂਦੀਆਂ ਪਈਆਂ ਨੇ। ਅੱਖਾਂ ਦੇ ਨਾਲ ਗੁਰੂ ਦੇ ਚਿਹਰੇ ਨੂੰ ਨਹੀਂ ਤੱਕਿਆ ਜਾ ਰਿਹਾ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਉਦੋਂ ਚੋਣ ਕੀਤੀ ਤੇ ਪਹਿਲੇ ਦਿਨ ਵੀ ਜਿਹੜੇ ਸਾਜੇ ਉਹਨਾਂ ਨੂੰ ਪੰਜਾਂ ਨੂੰ ਹੀ ਸਾਜਿਆ ਹੈ। ਉਹਨਾਂ ਨੂੰ ਪੰਜ ਪਿਆਰੇ ਆਖਦੇ ਆ। ਤੇ ਇਹ ਪੰਜ ਪਿਆਰੇ ਕੱਲੇ ਸਰੀਰ ਨਹੀਂ ਹੈ, ਇਹ ਪੰਜ ਪਿਆਰੇ ਹਰ ਇੱਕ ਸਿੱਖ ਦੇ ਸਰੀਰ ਦੇ ਅੰਦਰ ਆ। ਪੰਥ ਜਿਹੜਾ ਹੈ ਉਹ ਪੰਥ ਖਾਲਸਾ ਹੈ
ਤੇ ਇਹ ਪੰਥ ਜਿਹੜਾ ਹੈ ਇਹ ਪੰਜ ਪਿਆਰੇ ਹਰ ਸਰੀਰ ਦੇ ਅੰਦਰ ਮੌਜੂਦ ਨੇ ਤੇ ਉਸ ਸਰੀਰ ਦੇ ਵਿੱਚ ਮੌਜੂਦ ਨੇ ਜਿਹੜਾ ਗੁਰੂ ਦੇ ਕਹਿਣੇ ਤੇ ਚੱਲਦਾ ਹੈ। ਹੁਣ ਇਹ ਨਾ ਕੋਈ ਦਾਵਾ ਕਰੇ ਕਿ ਨਹੀਂ ਮੇਰੇ ਸਰੀਰ ਵਿੱਚ ਵੀ ਮੌਜੂਦ ਹੋਣਗੇ, ਉਹਦੇ ਸਰੀਰ ਵਿੱਚ ਮੌਜੂਦ ਹੋਣਗੇ ਜਿਹੜਾ ਗੁਰੂ ਦੇ ਕਹਿਣੇ ਤੇ ਚੱਲਦਾ ਪਿਆ ਹੈ। ਹੁਣ ਪਹਿਲੇ ਪਿਆਰੇ ਦਾ ਨਾਮ ਜਦੋਂ ਮਹਾਰਾਜ ਨੇ ਆਵਾਜ਼ ਦਿੱਤੀ, ਮਹਾਰਾਜ ਕਹਿੰਦੇ ਨੇ ਕਿ ਕੋਈ ਹੈ ਸਿੱਖ ਦਾ ਬੇਟਾ ਜੋ ਸੀਸ ਕਰੇ ਬੇਟਾ। ਸਭ ਤੋਂ ਪਹਿਲਾਂ ਜਿਹੜੇ ਉੱਠੇ ਉਹਨਾਂ ਦਾ ਨਾਮ ਭਾਈ ਦਇਆ ਰਾਮ ਸੀ। ਮਹਾਰਾਜ ਨੇ ਪੁੱਛਿਆ ਕਿੱਥੋਂ ਆਏ, ਕਹਿੰਦੇ ਜੀ ਲਾਹੌਰ ਤੋਂ ਆਇਆ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਆਖਿਆ, ਕਹਿੰਦੇ ਉਹ ਲਾਹੌਰ ਜਿੱਥੇ ਜ਼ਹਿਰ ਤੇ ਕਹਿਰ ਵਰਤਦਾ ਸੀ, ਜਿੱਥੇ ਕਹਿਰ ਹੋਵੇ ਤੇ ਉਥੋਂ ਦਇਆ ਆਵੇ ਤੇ ਇਹਦਾ ਮਤਲਬ ਹੈ ਕਿ ਧਰਮ ਅੱਗੇ ਜ਼ਰੂਰ ਚੱਲੇਗਾ। ਦੂਸਰਾ ਹਸਤਨਾਪੁਰ ਦਿੱਲੀ ਤੋਂ ਸਤਿਗੁਰੂ ਮਹਾਰਾਜ ਨੇ ਆਵਾਜ਼ ਦਿੱਤੀ ਤੇ ਭਾਈ ਧਰਮਦਾਸ ਜੀ ਖੜੇ ਹੁੰਦੇ ਨੇ। ਸਤਿਗੁਰੂ ਮਹਾਰਾਜ ਨੇ ਪੁੱਛਿਆ ਧਰਮਦਾਸ ਕਿੱਥੋਂ ਆਏ, ਕਹਿੰਦਾ ਮਹਾਰਾਜ ਮੈਂ ਦਿੱਲੀ ਤੋਂ ਆਇਆ। ਤੇ ਮਹਾਰਾਜ ਕਹਿੰਦੇ ਦਿੱਲੀ ਧਰਮ ਬਚਾਉਣ ਵਾਸਤੇ ਮੇਰੇ ਪਿਤਾ ਗਏ ਤੇ ਅੱਜ ਧਰਮ ਉਥੋਂ ਬਚ ਕੇ ਫਿਰ ਇਹਦਾ ਮਤਲਬ ਦਿੱਲੀ ਤੋਂ ਅਨੰਦਪੁਰ ਆਇਆ ਹੈ। ਤੀਸਰੇ ਭਾਈ ਮੋਹਕਮ ਦਾਸ, ਸਤਿਗੁਰੂ ਮਹਾਰਾਜ ਨੇ ਪੁੱਛਿਆ ਤੁਸੀਂ ਕਿੱਥੋਂ ਆਏ, ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਮੈਂ ਦਵਾਰਕਾ ਤੋਂ ਆਇਆ। ਤੇ ਦਵਾਰਕਾ ਉਹ ਸੀ ਜਿੱਥੇ ਰਣਛੋੜ ਕ੍ਰਿਸ਼ਨ ਜੀ ਦਾ ਮੰਦਿਰ ਹੈ। ਉਹ ਮੈਦਾਨੇ ਜੰਗ ਨੂੰ ਛੱਡ ਕੇ ਚਲੇ ਗਏ ਸੀ ਪਰ ਉਹ ਜੰਗ ਦੇ ਵਿੱਚ ਨਹੀਂ ਸੀ ਲੜੇ। ਮਹਾਰਾਜ ਕਹਿੰਦੇ ਮੈਂ ਐਸਾ ਸਿੱਖ ਬਣਾਵਾਂਗਾ ਜੋ ਮੈਦਾਨ ਨੂੰ ਕਦੀ ਛੱਡ ਕੇ ਨਹੀਂ ਜਾਏਗਾ, ਉਹ ਸੀਸ ਤੇ ਤਿਆਗ ਦੇਗਾ, ਉਹ ਮੌਤ ਨੂੰ ਤੇ ਗਲੇ ਲਾਵੇਗਾ ਪਰ ਉਹ ਮੈਦਾਨ ਕਦੀ ਨਹੀਂ ਛੱਡੇਗਾ। ਮੁਹਕਮ ਦੇ ਅਰਥ ਹੁੰਦੇ ਨੇ ਬਹਾਦਰ, ਮੈਦਾਨ ਨਾ ਛੱਡਣ ਵਾਲਾ, ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੇ ਖੇਤ। ਇਹ ਮੁਹਕਮ ਹੈ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ ਅਗਲਾ ਸਿੱਖ ਆਉਂਦਾ ਹੈ। ਸਤਿਗੁਰੂ ਮਹਾਰਾਜ ਨੇ ਪੁੱਛਿਆ ਕਿੱਥੋਂ ਆਏ, ਉਹ ਸਨ ਭਾਈ ਹਿੰਮਤ ਸਿੰਘ ਜੀ, ਹਿੰਮਤ ਰਾਏ। ਇਹ ਦਵਾਰਕ ਇਹ ਆਏ ਸੀ ਜਗਨਨਾਥਪੁਰੀ ਉੜੀਸਾ ਤੋਂ। ਹੁਣ ਜਗਨਨਾਥਪੁਰੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕ੍ਰਾਂਤੀ ਦਾ ਬੀਜ ਬੀਜਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਬਹੁਤ ਸਾਰੇ ਭਾਂਡੇ ਇਕੱਠੇ ਨੇ। ਉਹ ਇੱਕ ਮੂਰਤੀ ਜਿਹਨੂੰ ਜਗਨਨਾਥ ਦੀ ਮੂਰਤੀ ਆਖਦੇ, ਉਹਦੇ ਸਾਹਮਣੇ ਆਰਤੀ ਉਤਾਰਦੇ ਨੇ ਤੇ ਮਹਾਰਾਜ ਸਵਾਲ ਕਰਦੇ ਨੇ, ਕਹਿੰਦੇ ਇਹ ਮੂਰਤੀ ਕਿਹਦੀ, ਕਹਿੰਦੇ ਜੀ ਇਹ ਭਗਵਾਨ ਜਗਨਨਾਥ ਦੀ, ਜਗਤ ਦੇ ਮਾਲਕ ਦੀ। ਸਤਿਗੁਰੂ ਮਹਾਰਾਜ ਕਹਿੰਦੇ ਜੇ ਜਗਤ ਦੇ ਮਾਲਕ ਦੀ ਮੂਰਤੀ ਹੈ ਤੇ ਕੀ ਤੁਹਾਡੀ ਛੋਟੀ ਜੀ ਥਾਲੀ ਨਾਲ ਜਗਤ ਦੇ ਮਾਲਕ ਦੀ ਆਰਤੀ ਹੋ ਸਕਦੀ ਹੈ? ਉਹ ਕਹਿੰਦੇ ਫਿਰ ਕਿਵੇਂ ਕਰੀਏ? ਸਤਿਗੁਰੂ ਮਹਾਰਾਜ ਕਹਿੰਦੇ ਆ ਮੈਂ ਦੱਸਦਾ, ਉਹਦੀ ਆਰਤੀ ਕਰਦੇ ਨਹੀਂ ਪਏ, ਉਹਦੀ ਤਾਂ ਆਰਤੀ ਹੁੰਦੀ ਪਈ ਹੈ। ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲਤ ਜੋਤੀ। ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ। ਸਤਿਗੁਰੂ ਮਹਾਰਾਜ ਨੇ ਉੱਥੇ ਜਿੱਥੇ ਹਿੰਮਤ ਦਾ ਬੀਜ ਬੀਜਿਆ ਉਥੋਂ ਹਿੰਮਤ ਰਾਏ ਆਏ। ਜੇਕਰ ਅਖੀਰਲਾ ਸਿੱਖ ਪੰਜਾਂ ਪਿਆਰਿਆਂ ਚੋਂ ਭਾਈ ਸਾਹਿਬ ਸਿੰਘ ਜੀ, ਉਹ ਬਿਦਰ ਦੇ ਰਹਿਣ ਵਾਲੇ ਸੀ ਤੇ ਬਿਦਰ ਜਿਹੜਾ ਸੀ ਉਹ ਕ੍ਰਿਸ਼ਨ ਜੀ ਦਾ ਬਹੁਤ ਵੱਡਾ ਭਗਤ ਹੋਇਆ ਪਰ ਸੇਵਕ ਹਮੇਸ਼ਾ ਸੇਵਕ ਰਿਹਾ, ਉਹਨੂੰ ਕਿਸੇ ਨੇ ਸਾਹਿਬ ਨਹੀਂ ਬਣਾਇਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਇਹਨਾਂ ਗਰੀਬ ਸਿੱਖਾਂ ਨੂੰ ਪਾਤਸ਼ਾਹੀਆਂ ਦੇਣੀਆਂ ਨੇ। ਇਨ ਗਰੀਬ ਸਿੱਖਨ ਕੋ ਦੇਵ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਸੀ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਸਤਿਗੁਰੂ ਮਹਾਰਾਜ ਜੀ ਦੇ ਬਚਨ ਸਨ। ਕਹਿਣ ਲੱਗੇ ਕਿ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਰੂਪ ਬਣਾਇਆ, ਮਹਾਰਾਜ ਕਹਿੰਦੇ ਸ਼ੰਕ ਨਾ ਕੀਜੇ ਸਾਵਧਾਨ ਹੋਏ ਦੀਜੇ, ਖਾਲਸਾ ਗੁਰੂ गुरु खालसा करो में अब जैसे गुरु नानक जी गुरु अंगद को कीन्यो शंक ना कीजे सावधान हुए दीजे अमृत छिकाओ मुहे जैसे तुम लीने हो। महाराज ने उत्थे अमृत दी दात आप लई ते खालसे नूं कहा कि खालसा अज तो बाद गुरु है। सच्चे पातशाह महाराज ने चलो बड़ी वडियाई दिती। हुण जिहड़ा ये पंज नाम ने, ये पंज नाम कल्ले शरीरां दे नहीं, ये पंज गुण ने। जिस दे हिरदे विच दया नहीं होएगी वो धर्मी नहीं हो सकता। सतगुरु महाराज कहते ने धौल धर्म दया का पूत, दया दे विचों धर्म दा जन्म हुंदा है। ते सतगुरु महाराज कहते जिथे दया नहीं ते उत्थे धर्म नहीं हो सकता। पहला गुण है शरीर दे विच हर सिख दे अंदर होवे, वो दयावान होवे।
ਪੰਡਿਤ ਗੁਲਾਬ ਸਿੰਘ ਜੀ ਇੱਕ ਹੋਏ ਨੇ ਵਿਦਵਾਨ, ਉਹ ਆਖਦੇ ਨੇ ਕਿ ਦਇਆ ਦਾਨ ਕਰ ਧਰਮ ਵਧੇ ਨਿਤ ਧਰਮ ਕ੍ਰੋਧ ਸੰਗ ਹੋਤ ਵਿਭੰਗਾ। ਉਹ ਕਹਿੰਦੇ ਨੇ ਦਇਆ ਕਰਨ ਦੇ ਨਾਲ, ਦਾਨ ਕਰਨ ਦੇ ਨਾਲ, ਤਰਸ ਕਰਨ ਦੇ ਨਾਲ ਜਿਹੜਾ ਹੈ ਉਹ ਧਰਮ ਜਿਹੜਾ ਪ੍ਰਫੁੱਲਤ ਹੋਵੇਗਾ, ਤੇ ਧਰਮ ਜਿਹੜਾ ਹੈ ਉਹ ਕ੍ਰੋਧ ਕਰਨ ਦੇ ਨਾਲ ਖਤਮ ਹੋ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਪਹਿਲਾ ਗੁਣ ਦਇਆ, ਦੂਸਰਾ ਸਿੱਖ ਦਾ ਗੁਣ ਧਰਮ, ਤੀਸਰਾ ਸਿੱਖ ਦਾ ਗੁਣ ਹਿੰਮਤ, ਚੌਥਾ ਉਹਦਾ ਗੁਣ ਹੈ ਜੂਝਣਾ। ਤੇ ਜਿਹੜਾ ਇੱਕ ਵੀ ਸਿੱਖ ਦੁਨੀਆ ਤੇ ਰਹਿ ਗਿਆ ਨਾ ਇਹਨਾਂ ਗੁਣਾਂ ਵਾਲਾ, ਭਾਵੇਂ ਸਰਕਾਰਾਂ ਕੋਈ ਵੀ ਆ ਜਾਣ, ਉਹਦੇ ਅੰਦਰ ਰਾਜ ਦਾ ਸੰਕਲਪ ਜ਼ਰੂਰ ਰਹੇਗਾ, ਉਹ ਕਿਸੇ ਦੇ ਅਧੀਨ ਨਹੀਂ ਰਹਿ ਸਕਦਾ। ਕਿਉਂਕਿ ਸਤਿਗੁਰੂ ਮਹਾਰਾਜ ਉਹਨਾਂ ਨੇ ਇਹ ਸੰਕਲਪ ਪੈਦਾ ਕਰ ਦਿੱਤਾ ਕਿ ਤੂੰ ਸਾਹਿਬ ਹੈ, ਤੂੰ ਮੇਰਾ ਪੁੱਤਰ ਹੈ ਤੇ ਤੂੰ ਪਾਤਸ਼ਾਹੀਆਂ ਵਾਸਤੇ ਜਨਮਿਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 5 ਪਿਆਰੇ, 5 ਉਹਨਾਂ ਦੇ ਨਾਮ, 5 ਬਾਣੀਆਂ, 5 ਉਹ ਅੰਮ੍ਰਿਤ ਸੰਚਾਰ ਵੇਲੇ ਵਰਤੀਆਂ ਗਈਆਂ ਵਸਤੂਆਂ, 5 ਜਿਹੜੇ ਸੀ ਸਤਿਗੁਰੂ ਮਹਾਰਾਜ ਨੇ ਤਖਤ ਦਿੱਤੇ। ਸੱਚੇ ਪਾਤਸ਼ਾਹ ਮਹਾਰਾਜ ਨੇ 5 ਹੀ ਸਰੋਵਰ ਸਾਨੂੰ ਦਿੱਤੇ। ਇੱਕ ਸਰੋਵਰ ਦੀ ਗੱਲ ਕਰੋ, ਤੁਸੀਂ ਇੰਗਲੈਂਡ ਜਦੋਂ ਆਏ, ਪਹਿਲੀ ਵਾਰੀ ਆਏ, ਚਲੋ ਮੈਂ ਵੀ ਆਇਆ, ਤੁਸੀਂ ਆਏ, ਜਦੋਂ ਅਸੀਂ ਇੰਗਲੈਂਡ ਆਏ ਤੇ ਸਭ ਤੋਂ ਪਹਿਲਾਂ ਸਾਨੂੰ 에ਅਰਪੋਰਟ ਤੇ ਰੋਕਿਆ ਉਹਨਾਂ ਨੇ ਆਖਿਆ ਕਿ ਲਿਆ ਦਿਖਾਓ ਤੁਸੀਂ ਸਾਡੀ ਕੰਟਰੀ ਵਿੱਚ ਆਉਣਾ, ਤੁਹਾਡੇ ਕੋਲ ਵੀਜ਼ਾ ਹੈ। ਫਿਰ ਉਹਨਾਂ ਨੇ ਸਾਨੂੰ ਆਉਣ ਦੀ ਇਜਾਜ਼ਤ ਦਿੱਤੀ। ਇਸੇ ਤਰ੍ਹਾਂ ਜਦੋਂ ਅਸੀਂ ਰਾਮਸਰ ਜਾਣਾ ਹੈ, ਰਾਮਸਰ ਦਾ ਇਸ਼ਨਾਨ ਜਿਹੜਾ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਤੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਆਇਆ। ਕੱਲੀ ਨਗਰੀ ਬਾਹਰ ਦੀ ਵਿੱਚ ਹੀ ਨਹੀਂ ਆਉਣਾ, ਅੰਦਰਲੀ ਨਗਰੀ ਵਿੱਚ ਵੀ ਜਾਣਾ ਹੈ। ਤੇ ਅੰਦਰਲੀ ਨਗਰੀ ਵਿੱਚ ਉਹ ਜਾਵੇਗਾ ਜਿਹੜਾ ਗੁਰੂ ਰਾਮਦਾਸ ਦੀ ਆਗਿਆ ਲੈ ਲਵੇਗਾ। ਬਿਨਾਂ ਉਸ ਕੰਟਰੀ ਦਾ, ਉਸ ਇਲਾਕੇ ਦੇ ਮਾਲਕ ਤੋਂ ਬਗੈਰ ਕੌਣ ਹੈ ਜਿਹੜਾ ਅੰਦਰ ਦਾਖਲ ਹੋ ਸਕਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਪਹਿਲਾ ਇਸ਼ਨਾਨ ਰਾਮਸਰ ਕਰੀ, ਤੇ ਰਾਮਸਰ ਇਸ਼ਨਾਨ ਕਰਕੇ ਅਰਦਾਸ ਕਰੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ, ਮੈਂ ਤੇਰੀ ਨਗਰੀ ਵਿੱਚ ਆਇਆ, ਜਿਵੇਂ ਤੂੰ ਇੱਥੇ ਆਉਣ ਵਾਸਤੇ ਤੂੰ ਮੈਨੂੰ ਥਾਂ ਦੇ ਦਿੱਤੀ ਆ, ਕਿਰਪਾ ਕਰੀ ਮੈਂ ਅੰਦਰਲੇ ਹਰਮੰਦਰ ਵਿੱਚ ਵੀ ਜਾ ਸਕਾਂ ਤੇ ਮੈਨੂੰ ਉੱਥੇ ਵੀ ਥਾਂ ਮਿਲ ਸਕੇ। ਹਰਮੰਦਰ ਹਾਜੀਓ ਸਾਜਿਆ ਹਰ ਵਸੇ ਜਿਸ ਨਾਲ। ਦੂਸਰਾ ਇਸ਼ਨਾਨ ਜਿਹੜਾ ਹੈ ਉਹ ਵਿਵੇਕ ਸਰ ਦਾ ਹੈ। ਜਦੋਂ ਮਹਾਨ ਪੁਰਖਾਂ ਦੇ ਅੱਗੇ ਜਾਈਏ, ਆਪਣੇ ਤੋਂ ਵੱਡੇ ਦੇ ਅੱਗੇ ਜਾ ਕੇ ਖੜੇ ਹੋਈਏ, ਫਿਰ ਜਦੋਂ ਬੋਲੀ ਦਾ ਹੈ ਨਾ, ਤੇ ਬੋਲਣ ਵਿੱਚ ਸੰਤੁਲਨ ਚਾਹੀਦਾ ਹੈ, ਬੋਲਣ ਵਿੱਚ ਮਰਿਆਦਾ ਚਾਹੀਦੀ ਹੈ। ਬੋਲਣ ਲੱਗਿਆ ਇਸ ਗੱਲ ਦੀ ਸਮਝ ਚਾਹੀਦੀ ਹੈ ਕਿ ਬੋਲਣਾ ਕੀ ਹੈ ਤੇ ਕੀ ਨਹੀਂ ਬੋਲਣਾ ਹੈ। ਉੱਥੇ ਫਿਰ ਜਿਹੜਾ ਵਿਵੇਕ ਸਰ ਦਾ ਇਸ਼ਨਾਨ ਹੈ ਨਾ, ਉਹ ਵਿਵੇਕ ਬੁੱਧੀ ਦੀ ਮੰਗੇ ਕਿ ਸੱਚੇ ਪਾਤਸ਼ਾਹ ਮਹਾਰਾਜ ਤੂੰ ਕਿਰਪਾ ਕਰ, ਸਾਨੂੰ ਵਿਵੇਕ ਬੁੱਧੀ ਆਵੇ, ਸਾਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਅਸੀਂ ਤੇਰੀ ਨਗਰੀ ਵਿੱਚ ਆ ਕੇ ਕੀ ਬੋਲਣਾ ਤੇ ਕੀ ਨਹੀਂ ਬੋਲਣਾ। ਅਰਦਾਸ ਕਰਦੇ ਆ ਸਤਿਗੁਰੂ ਮਹਾਰਾਜ ਤੋਂ 7 ਦਾਨ ਮੰਗਦੇ ਅਸੀਂ। 7 ਦਾਨਾਂ ਦੇ ਵਿੱਚੋਂ ਇੱਕ ਦਾਨ ਜਿਹੜਾ ਹੈ ਉਹ ਵਿਵੇਕ ਬੁੱਧੀ ਦਾ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ ਤੇ ਵਿਵੇਕ ਦਾਨ, ਇਹ ਦਾਨ ਅਸੀਂ ਮੰਗਦੇ ਆ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਫਿਰ ਅਸੀਂ ਕਹਿੰਦੇ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਹੁਣ ਦੂਸਰਾ ਇਸ਼ਨਾਨ ਜਿਹੜਾ ਹੈ ਉਹ ਹੈ ਵਿਵੇਕ ਸਰ ਦਾ। ਉਹਦੇ ਬਾਅਦ ਅਸੀਂ ਮੰਗ ਕਰਦੇ ਹਾਂ ਕਿ ਮਹਾਰਾਜ ਤੇਰੀ ਨਗਰੀ ਵਿੱਚ ਆ ਕੇ ਸਾਨੂੰ ਬੋਲਣ ਦੀ ਸਮਝ ਆ ਸਕੇ, ਸਾਨੂੰ ਵਿਵੇਕ ਬੁੱਧੀ ਦੇ, ਸਾਨੂੰ ਸੱਚ ਤੇ ਝੂਠ ਦਾ ਨਿਰਣਾ ਕਰਨਾ ਆ ਸਕੇ। ਤੀਸਰਾ ਇਸ਼ਨਾਨ ਜਿਹੜਾ ਹੈ ਉਹ ਸੰਤੋਖ ਸਰ ਦਾ ਹੈ। ਸੰਤੋਖ ਤੋਂ ਭਾਵ ਹੁੰਦਾ ਹੈ ਕਿ ਸਬਰ ਆ ਜਾਣਾ। ਤੇ ਮਹਾਰਾਜ ਬਾਣੀ ਵਿੱਚ ਆਖਦੇ ਨੇ ਬਿਨਾਂ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬ੍ਰਿਥੇ ਸਭ ਕਾਜੇ। ਜੇ ਸੰਤੋਖ ਨਹੀਂ ਤੇ ਮਹਾਰਾਜ ਕਹਿੰਦੇ ਨੇ ਸਹਿਸ ਖੱਟੇ ਲੱਖ ਕਉ ਉਠ ਧਾਵੇ, ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ। ਸਤਿਗੁਰੂ ਮਹਾਰਾਜ ਕਹਿੰਦੇ ਬਿਨਾਂ ਸੰਤੋਖ ਤੋਂ ਕੋਈ ਰੱਜ ਨਹੀਂ ਸਕਦਾ। ਵਿਦਵਾਨ ਸੱਜਣ ਆਖਦੇ ਆ ਕਿ ਤ੍ਰਿਸ਼ਨਾ ਉਹ ਬਾਲਟੀ ਜੇ ਜਿੰਦੇ ਥੱਲੇ ਥੱਲਾ ਹੀ ਨਹੀਂ ਲੱਗਿਆ, ਜਿੰਨਾ ਪਾਣੀ ਪਾਈ ਜਾਓਗੇ ਉਹ ਫਿਰ ਖਾਲੀ ਦੀ ਖਾਲੀ ਹੋਵੇਗੀ। ਸੰਤੋਖ ਤੋਂ ਬਗੈਰ ਰੱਜਿਆ ਨਹੀਂ ਜਾ ਸਕਦਾ। इतिहास पढ़ो, सतगुरु महाराज कहते सर्व स्वयं की लंका होती राम से अधिकारी। रावण वर्गे अधिकारी जेड़े सन, राजे जेड़े सन, उन्हां दा घर सोने दा बनिया होया सी ते उस सोने दे घर दे विचों रावण कल्ला नहीं, 1 लाख पूत, 1.25 लाख नाती
तह रावण कर दिया न बाती। पर होया कि हंकार हो गया, मेरे वर्गा योधा कोई नहीं, मेरे वर्गा घर किसी दे कोल नहीं, मेरे वर्गा परिवार किसी दे कोल नहीं। हंकार दे करके सारा कुछ चले गया। पर दूसरे पासे देखो गुरु रामदास सच्चे पातशाह महाराज, उन्हां दा प्रकाश हुंदा जी लाहौर चूना मंडी सन 1534 विच प्रकाश होया। सतगुर सच्चे पातशाह महाराज जी दी माता जिहड़ी सन 2-2.5 साल दी उम्र सी उदों महाराज दी, ਉਹ ਚੜ੍ਹਾਈ ਕਰ ਜਾਂਦੇ ਆ। ਵਿਹੜੇ ਦੇ ਵਿੱਚ ਲਾਸ਼ ਪਈ ਹੈ ਮਾਤਾ ਦੀ, ਚਿਹਰਾ ਜਿਹੜਾ ਸੀ ਉਹ ਚਾਦਰ ਦੇ ਨਾਲ ਢਕਿਆ, ਤੇ ਛੋਟਾ ਜਿਹਾ ਬਾਲਕ ਭਾਈ ਜੇਠਾ ਉਹ ਮਾਂ ਦੇ ਕੋਲ ਖਲੋ ਕੇ ਆਖਦਾ ਹੈ, ਬਾਪੂ ਅੱਜ ਮਾਂ ਐਵੇਂ ਕਿਉਂ ਲੇਟੀ ਹੋਈ ਹੈ? ਆ ਸਾਰੇ ਲੋਕ, ਅੱਗੇ ਤਾਂ ਸਾਡੇ ਘਰ ਆਉਂਦਾ ਕੋਈ ਨਹੀਂ, ਅੱਜ ਇਹ ਸਾਰੇ ਲੋਕ ਕਿਉਂ ਆਏ ਹੋਏ ਨੇ? ਪਿਤਾ ਨੇ ਆਖਿਆ, ਕਹਿਣ ਲੱਗੇ, ਪੁੱਤ ਵੇ तेरी मां जिहड़ी है वो सानू सदा वास्ते छड्ड के गई आ। उस वेले उस बालक दी अखां अथरुआं नाल भर आईयां ते कहा कि मां ते इह आखदी सी, जेठिया मैं तेनू बहुत वड्डा बनावांगी, अजे तां मैं शरीर करके भी वड्डा नहीं होया, अजे तां मैं छोटा जिहा ते मां हुणे ही छड्ड के चले गई। सतगुरु महाराज जी दे पिता हरदास जी पुत्र नूं बुक्कल दे विच लिया, जफ्फी कलावे दे विच लैके आखदे ने, तेरी मां कहंदी सी कि तुसी जेठे नूं वड्डा बनाओ, मैं पुੱਤ तेनू मैं वड्डा बनावांगा। मां दा संस्कार कीता, पिता ने पुछड़ चुकिया ते मां दा संस्कार उस दिन कीता। उस दिन तो बाद विच बाबा हरदास जिहड़े सन ਉਹ दुकान ते जांदे आ ते नाल पुੱਤ ਨੂੰ भी दुकान ते ले जांदे आ। जे घरे आउंदे आ ਉਹ ਕਹਿੰਦੇ, ਪੁੱਤ ਮੈਂ ਰੋਟੀ ਬਣਾਉਣਾ, ਤੂੰ ਭਾਂਡੇ ਸਾਫ਼ ਕਰ ਲਾ, ਮੈਂ ਤੇਰੇ ਕੱਪੜੇ ਧੋ ਦੇਣਾ, ਤੂੰ ਪਾਣੀ ਉਨੀ ਦੇਰ ਭਰ ਕੇ ਰੱਖ ਲਾ। ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਪਿਤਾ ਆਰੇ ਲਾਉਂਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਦਾ ਮਨ ਲੱਗ ਜਾਏ, ਕਿਤੇ ਮਾਂ ਦੀ ਯਾਦ ਨਾ ਆਵੇ। ਉਮਰ ਬੀਤੀ 5 ਸਾਲ ਦੇ ਸਤਿਗੁਰੂ ਮਹਾਰਾਜ ਹੁੰਦੇ ਆ ਤੇ ਇੱਕ ਦਿਨ ਸਵੇਰ ਹੋਈ, ਤੜਕੇ ਸਾਰ ਜਿਹੜਾ ਸੀ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਉੱਠਦੇ ਆ। ਉੱਠਦਿਆਂ ਸਾਰ ਪਾਣੀ ਭਰਿਆ, ਝਾੜੂ ਵੀ ਲਾ ਲਿਆ, ਭਾਂਡੇ ਵੀ ਸਾਫ਼ ਕਰ ਲਏ ਤੇ ਮਨ ਦੇ ਵਿੱਚ ਖੁਸ਼ ਬੜੇ ਆ ਕਿ ਅੱਜ ਪਿਤਾ ਜੀ ਅਜੇ ਉੱਠੇ ਨਹੀਂ ਤੇ ਮੈਂ ਸਾਰਾ ਹੀ ਕੰਮ ਕਰ ਲਿਆ। ਅੱਜ ਅੰਦਰ ਗਏ ਕਿ ਮੈਂ ਜਾ ਕੇ ਆਖਾਂ ਕਿ ਤੁਸੀਂ ਤਾਂ ਉੱਠਦੇ ਕਿਉਂ ਨਹੀਂ ਅਜੇ? ਪੈਰਾਂ ਵਾਲੇ ਪਾਸੇ ਖਲੋ ਕੇ ਆਵਾਜ਼ ਦਿੱਤੀ, ਬਾਪੂ ਪਿਤਾ ਜੀ ਉੱਠੋ, ਮੈਂ ਦੇਖੋ ਸਾਰਾ ਹੀ ਕੰਮ ਕਰ ਲਿਆ ਅੱਜ। ਪਰ ਅੱਗੋਂ ਆਵਾਜ਼ ਕੋਈ ਨਹੀਂ ਆਈ। फिर कोल होके थोड़ा जिहा आवाज दी, पिता जी तुसी सुनिया नहीं, तुसी उठदे नहीं, मैं ते पानी भी भर के आया, मैं ते बर्तन भी साफ कीते, मैं ते झाड़ू भी मार दिता, अज मैं पहलों उठिया ते तुसी क्यों नहीं उठे? जदों चेहरे तो चादर लाई ते ओही सीन याद आया जिहड़ा मां नूं देखिया सी कुछ साल पहला। ताह निकल गई, बच्चे नूं रोंदिया होया देख के लोग इकट्ठे होए, नानी बासरकियां तो गई, पिता दा संस्कार कीता। घर दे विच थोड़े दिन रहे, लोकां ने आके अफसोस कीता। पर जदों घर दे विचों चले ते मां नानी नूं पुछदे ने, जिंदरा घर दे बूहे नूं मारिया, कहण लगे, नानी ये बूहा हुण किदों खोलांगे? नानी कहंदी, जेड़े बूहे रब बंद करा दिंदा फिर ओही खोले तां खुलदे ने, नहीं ते बूहे कदी नहीं खुले। लाहौर छड्डिया, बासर के किला विच आ गए ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਾਸਰਕੇ ਦੇ ਵਿੱਚ ਆਉਂਦੇ ਆ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਬੱਚੇ ਨਾਲ ਖੇਡਣ ਵਾਸਤੇ ਬਾਹਰ ਨਾਨੀ ਨੇ ਭੇਜਿਆ। ਥੋੜੇ ਚਿਰ ਬਾਅਦ ਵਾਪਸ ਫਿਰ ਆ ਕੇ ਮੰਜੇ ਤੇ ਬਹਿ ਗਏ ਤੇ ਨਾਨੀ ਦੌੜ ਕੇ ਗਏ, ਪੁੱਤਰ ਕੀ ਹੋਇਆ? ਬੱਚਿਆਂ ਨੇ ਖੜਾਇਆ ਵੀ ਨਾ ਹੁੰਦਾ, ਤੂੰ ਨਵਾਂ ਆਇਆ, ਸ਼ਾਇਦ ਤੇਰੀ ਦੋਸਤੀ ਨਹੀਂ ਹੋਈ ਹੋਣੀ। ਕਹਿੰਦੇ ਨਹੀਂ, ਦੋਸਤੀ ਤੇ ਹੋ ਗਈ ਸੀ, ਪਰ ਉਹ ਬੱਚਿਆਂ ਦੀਆਂ ਮਾਵਾਂ ਬਾਹਾਂ ਤੋਂ ਫੜਿਆ ਆਪਣੇ ਬੱਚਿਆਂ ਨੂੰ अंदर लै गया, इनके मथे ना लगे ते मां क्यों खा गया है? नानी की मेरा मथा इन्ना ही माड़ा है, मेरे मथे कोई नहीं लगना चाहता, ते सच करके जानो जिंदे मथे कोई लगना नहीं सी चाहता। अज कहते दिन नहीं उन्नी देर चढ़दा जिन्नी देर तक गुरु रामदास के मथे नहीं लग जाते। सच्चे पातशाह महाराज ने छोटी उम्र च घुंगलियां बेचियां। फकीर एक ਉਹ ਸਾਹਮਣੇ ਆਇਆ, ਉਹਨੇ ਕਿਹਾ ਕਿ ਪੁੱਤ ਘੁੰਗਣੀਆਂ ਖਵਾਏਗਾ, ਪੈਸਾ ਕੋਲ ਕੋਈ ਨਹੀਂ। ਕਹਿੰਦੇ ਹਾਂ, ਤੂੰ ਜੋ ਮੈਨੂੰ ਦੇ ਦਿੱਤਾ ਬਾਬਾ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ। ਉਸ ਵੇਲੇ ਫਿਰ ਉਹ ਸਾਰੀਆਂ ਘੁੰਗਣੀਆਂ
ਉਸ ਫਕੀਰ ਨੂੰ ਖਵਾ ਦਿੱਤੀਆਂ ਤੇ ਖਾਲੀ ਟੋਕਰੀ ਲੈ ਕੇ ਵਾਪਸ ਆਏ। ਤੇ ਨਾਨੀ ਨੇ ਪੁੱਛਿਆ, ਪੁੱਤ ਇੰਨੀ ਛੇਤੀ ਕਿਵੇਂ ਆ ਗਿਆ? ਘੁੰਗਰੀਆਂ ਤੇ ਅਮੀਰ ਥੋੜੀ ਖਾਂਦੇ ਨੇ, ਘੁੰਗਰੀਆਂ ਤੇ ਗਰੀਬ ਲੋਕ ਖਾਂਦੇ ਆ। ਇਹ ਘੁੰਗਰੀਆਂ ਕਿਤੇ ਸੁੱਟ ਤੇ ਨਹੀਂ ਦਿੱਤੀਆਂ, ਕੋਈ ਲੜਾਈ ਝਗੜਾ ਤੇ ਨਹੀਂ ਹੋਇਆ? ਕਹਿੰਦੇ ਨਹੀਂ ਨਾਨੀ, ਅਸਲ 'ਚ ਇੱਕ ਬੰਦਾ ਬੜਾ ਅਮੀਰ ਮਿਲਿਆ, ਉਹਨੇ ਸਾਰੀਆਂ ਹੀ ਘੁੰਗਰੀਆਂ ਲੈ ਲਈਆਂ। ਕਹਿੰਦੇ ਨੇ ਪੈਸੇ ਦਿਖਾ ਕਿੱਥੇ ਆ? ਕਹਿੰਦੇ ਨਹੀਂ ਪੈਸਾ ਕੋਈ ਨਹੀਂ ਦਿੱਤਾ। ਫਿਰ ਕਹਿੰਦੇ ਦਿੱਤੀਆਂ ਕਿਵੇਂ? ਕਹਿੰਦੇ ਉਹਨੇ ਇੱਕ ਵਾਰੀ ਆਖਿਆ, ਪੁੱਤ ਵੇ ਮੈਨੂੰ ਭੁੱਖ ਲੱਗੀ ਤੇ ਮੇਰੇ ਕੰਨ ਤਰਸਦੇ ਸੀ, ਮੈਨੂੰ ਕੋਈ ਪੁੱਤ ਆਖੇ, ਮੈਂ ਸਾਰੀਆਂ ਘੁੰਗਰੀਆਂ ਖਵਾ ਦਿੱਤੀਆਂ। ਨਾਨੀ ਨੇ ਜੱਫੀ ਦੇ ਵਿੱਚ ਲੈ ਕੇ ਕਿਹਾ, ਇਹ ਸਤਿਗੁਰੂ, ਜਿਹਨੂੰ ਦਿਲ ਇੰਨਾ ਵੱਡਾ ਦਿੱਤਾ, ਇਹਨੂੰ ਜੇਬ ਕਿਉਂ ਇੰਨੀ ਛੋਟੀ ਦਿੱਤੀ ਆ? ਸਤਿਗੁਰੂ ਮਹਾਰਾਜ ਗੋਇੰਦਵਾਲ ਗਏ। ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਆ। ਮਹਾਰਾਜ ਜੀ ਦੇ ਘਰ ਦੇ ਵਿੱਚ ਸੇਵਾ ਕੀਤੀ। ਤੁਸੀਂ ਯਕੀਨ ਕਰਕੇ ਜਾਣੋ, ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਦੇਖੋ। ਅਸੀਂ ਆਪਣੇ ਬੱਚਿਆਂ ਨੂੰ ਕਦੇ ਬਾਜ਼ਾਰ ਤੱਕ ਨਹੀਂ ਭੇਜਦੇ। ਛੋਟੀ ਉਮਰ 'ਚ ਕਹਿੰਦੇ ਨਹੀਂ ਤੁਹਾਡੇ ਪੜ੍ਹਨ ਤੇ ਖੇਡਣ ਦੀ ਉਮਰ ਆ। ਉਹ ਉਮਰ ਦੇ ਵਿੱਚ ਜਿੰਨੇ ਦੁੱਖ ਸੰਸਾਰ ਦੇ ਹੁੰਦੇ, ਉਹ ਸਾਰੇ ਦੁੱਖ ਗੁਰੂ ਰਾਮਦਾਸ ਮਹਾਰਾਜ ਨੇ ਤਨ ਤੇ ਹੰਢਾਏ। ਇਸੇ ਕਰਕੇ ਬਾਣੀ ਕਹਿੰਦੀ ਪਈ ਹੈ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਤੇ ਜਿੱਦਣ ਟੋਕਰੀ ਢੋਂਦਿਆਂ ਮਾਤਾ ਮਨਸਾ ਦੇਵੀ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਆਖਦੀ, ਸਤਿਗੁਰੂ ਭਾਨੀ ਜਵਾਨ ਹੋ ਗਈ, ਕੋਈ ਰਿਸ਼ਤੇ ਦਾ ਸੋਚੀਏ। ਕਹਿੰਦੇ ਕਿਵੇਂ ਦਾ ਵਰ? ਕਹਿੰਦੇ ਨੇ ਉਹ ਜੇਠੇ ਵਰਗਾ ਚਾਹੀਦਾ, ਬੜਾ ਸੋਹਣਾ ਜੇਠਾ, ਜਵਾਨ ਬੜਾ ਹੈ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ 1534 ਦਾ ਹੈ ਤੇ ਬੀਬੀ ਭਾਨੀ ਦਾ ਵੀ 1534 ਦਾ ਹੈ। ਹਮ ਉਮਰ ਨੇ ਇੱਕੋ ਸਾਲ ਦਾ ਵਕਤ ਹੈ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਜੇਠੇ ਵਰਗਾ ਤਾਂ ਕੇਵਲ ਜੇਠਾ ਹੀ ਹੈ। ਮਾਤਾ ਮਨਸਾ ਦੇਵੀ ਸਤਿਗੁਰੂ ਦੇ ਮਹਿਲੋਂ ਹੱਥ ਜੋੜ ਕੇ ਆਖਦੇ ਨੇ, ਸਤਿਗੁਰੂ ਤੁਸੀਂ ਪਿਤਾ ਹੋ, ਤੁਸੀਂ ਸਤਿਗੁਰੂ ਹੋ, ਪਰ ਮੈਂ ਮਾਂ ਕਿਵੇਂ ਹਿਰਦਾ ਲਿਆਏ ਕਿ ਜਿੰਦਾ ਘਰ ਕੋਈ ਨਹੀਂ, ਉਹਦੇ ਘਰ 'ਚ ਕਿਵੇਂ ਧੀ ਨੂੰ ਤੋਰ ਦਵਾਂ? ਜਿੰਦੇ ਤਨ ਤੇ ਪਾਉਣ ਵਾਸਤੇ ਕੱਪੜਾ ਕੋਈ ਨਹੀਂ, ਕਿਵੇਂ ਉਹਦੇ ਘਰੇ ਮੈਂ ਧੀ ਤੋਰਾਂਗੀ? ਜਿੰਦੇ ਕੋਲ ਖਾਣ ਵਾਸਤੇ ਰੋਟੀ ਨਹੀਂ, ਮੈਂ ਕਿਵੇਂ ਉਹਦੇ ਲੜ ਧੀ ਨੂੰ ਲਾ ਦੇਵਾਂ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਮਨਸਾ ਦੇਵੀ ਇਹਦਾ ਅੱਜ ਘਰ ਕੋਈ ਨਹੀਂ ਦਿਸਦਾ, ਪਰ ਐਸਾ ਘਰ ਇਹਦਾ ਹੋਵੇਗਾ ਕਿ ਸੰਸਾਰ 'ਚ ਉਹਦੇ ਵਰਗਾ ਘਰ ਕੋਈ ਨਹੀਂ ਹੋਣਾ। ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਤੂੰ ਕਹਿੰਦੀ ਇਹਦੇ ਤਨ ਤੇ ਪਾਉਣ ਵਾਸਤੇ ਕੱਪੜਾ ਕੋਈ ਨਹੀਂ, ਜੈਸਾ ਕੱਪੜਾ ਰਾਮਦਾਸ ਦੇ ਉੱਪਰ ਹੋਵੇਗਾ, ਸੰਸਾਰ ਵਿੱਚ ਐਸਾ ਕੱਪੜਾ ਕਿਸੇ ਕੋਲ ਨਹੀਂ ਹੋਣਾ। ਮਨਸਾ ਦੇਵੀ ਤੂੰ ਕਹਿੰਦੀ ਖਾਣ ਵਾਸਤੇ ਕੁਝ ਨਹੀਂ, ਇਹਦੇ ਘਰ ਦੇ ਵਿੱਚ ਤਾਂ ਨਿਥਾਵੇਂ ਜਿਨ੍ਹਾਂ ਨੂੰ ਕੋਈ ਥਾਂ ਨਹੀਂ ਮਿਲਦੀ, ਨਿਮਾਣੇ ਜਿਨ੍ਹਾਂ ਨੂੰ ਕੋਈ ਮਾਨ ਨਹੀਂ ਮਿਲਦਾ, ਨਿਓਟੇ ਜਿਨ੍ਹਾਂ ਦਾ ਕੋਈ ਓਟ ਤੇ ਆਸਰਾ ਨਹੀਂ, ਉਹ ਆਖਿਆ ਕਰਨਗੇ ਧੰਨ ਗੁਰੂ ਰਾਮਦਾਸ ਮਹਾਰਾਜ, ਸਾਡਾ ਆਸਰਾ ਹੀ ਤੂੰ ਹੈ। ਸਤਿਗੁਰੂ ਮਹਾਰਾਜ ਨੇ ਜਿੱਦਣ ਵਿਆਹ ਕੀਤਾ, ਆਨੰਦ ਕਾਰਜ ਹੋਇਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਆਖਦੇ ਆ, ਰਾਮਦਾਸ ਜੇਠਾ ਜੀ ਇਹ ਸੰਸਾਰੀ ਰੀਤ ਹੈ ਕਿ ਦਾਜ ਪਿਤਾ ਲੜਕੀ ਵਾਲੇ ਦਿੰਦੇ ਜ਼ਰੂਰ ਨੇ, ਤੇ ਤੁਸੀਂ ਦੱਸੋ ਕੀ ਚਾਹੀਦਾ ਹੈ? ਸਤਿਗੁਰੂ ਮਹਾਰਾਜ ਕਹਿੰਦੇ, ਸਤਿਗੁਰੂ ਤੇਰੀ ਕਿੰਨੀ ਕਿਰਪਾ ਹੈ ਮੇਰੇ ਉੱਤੇ, ਮੈਂ ਕੀੜਾ ਹਮ ਕੀੜੇ ਕਿਰਮ ਸਤਿਗੁਰੂ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮਹਾਰਾਜ ਸਾਡੇ ਵਰਗੇ ਕੀੜਿਆਂ ਨੂੰ ਤੂੰ ਆਪਣਾ ਰਿਸ਼ਤੇਦਾਰ ਬਣਾ ਲਿਆ, ਆਪਣੀ ਗੋਦ ਵਿੱਚ ਰੱਖ ਲਿਆ। ਸੱਚੇ ਪਾਤਸ਼ਾਹ ਮਹਾਰਾਜ ਹੋਰ ਕੀ ਚਾਹੀਦਾ ਹੈ? ਮਹਾਰਾਜ ਕਹਿੰਦੇ ਨਹੀਂ ਦਾਜ ਕੀ ਦਈਏ? ਕਹਿੰਦੇ ਹਰ ਪ੍ਰਭ ਮੇਰੇ ਬਾਬਲਾ, ਹਰ ਦੇਹੋ ਦਾਨ ਮੇ ਦਾਜੋ। ਜੇ ਦਾਜ ਅੱਜ ਮੰਗਣਾ ਹੈ ਨਾ ਤੇ ਸਤਿਗੁਰੂ ਤੋਂ ਸਿੱਖੋ ਕਿਹੜਾ ਦਾਜ ਮੰਗੀਦਾ ਹੈ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਹੋ ਦਾਨ ਮੈਂ ਦਾਜੋ, ਹਰ ਕੱਪੜ ਹਰ ਸੋਭਾ ਦੇਵੋ, ਜਿਤ ਸਵਰੇ ਮੇਰਾ ਕਾਜੋ। ਜੇ ਦਾਜ ਲੈਣਾ ਹੈ ਤੇ ਸਤਿਗੁਰੂ ਨੂੰ ਕਹੋ ਐਵੇਂ ਦਾ ਦਾਜ ਦਿਆ ਕਰੋ ਜਿਵੇਂ ਦਾ ਗੁਰੂ ਰਾਮਦਾਸ ਮੰਗਦੇ ਪਏ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚ ਅੰਤ ਦੀ ਨਿਮਰਤਾ ਹੈ ਤੇ ਇਹ ਨਿਮਰਤਾ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਘਰ ਜਿਹੜਾ ਹੈ ਸਤਖੰਡ ਹਰਮੰਦਰ ਸਾਹਿਬ, ਜਿਹੜਾ ਉਸ ਵਰਗਾ ਘਰ ਸੰਸਾਰ ਵਿੱਚ ਕੋਈ ਨਹੀਂ। ਮੈਂ ਬੇਨਤੀ ਕੀਤੀ ਕਿ ਤ੍ਰਿਸ਼ਨਾ ਜਿਹੜੀ ਹੈ ਉਹ ਸੋਨੇ ਦੇ ਮਹਿਲ ਵੀ ਕਿਉਂ ਨਾ ਹੋਵਨ, ਉਹਨਾਂ ਨੂੰ ਵੀ ਖਾ ਜਾਂਦੀ ਏ ਜੇਕਰ ਨਿਮਰਤਾ ਜੀਵਨ ਦੇ ਵਿੱਚ ਹੋਵੇ। ਜਿੰਦੇ ਕੋਲ ਕੁਝ ਵੀ ਨਹੀਂ ਤੇ ਉਹਨੂੰ ਵੀ ਹਰਮੰਦਰ ਵਰਗਾ ਜੀਵਨ ਦੇ ਦਿੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੰਤੋਖ ਜ਼ਰੂਰੀ ਏ।
ਤੀਸਰਾ ਇਸ਼ਨਾਨ ਦਰਸ਼ਨ ਇਸ਼ਨਾਨ ਅੰਮ੍ਰਿਤਸਰ ਦੇ ਜਿਹੜੇ ਨੇ, ਉਹ ਤੀਸਰਾ ਇਸ਼ਨਾਨ ਹੈ ਸੰਤੋਖ ਸਰ ਦਾ, ਕਿ ਅਰਦਾਸ ਉੱਥੇ ਕਰੋ, ਇਸ਼ਨਾਨ ਕਰੋ ਕਿ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਜੀਵਨ 'ਚ ਧਨ ਤਾਂ ਦਵੀਂ, ਪਰ ਸਬਰ ਜ਼ਰੂਰ ਦੇਈਂ, ਜੋ ਦੇ ਦਿੱਤਾ ਉਹਦੇ ਵਿੱਚ ਸੰਤੋਖੀ ਹੋ ਸਕੀਏ। ਇਹ ਨਾ ਹੋਵੇ ਕਿ ਅਸੀਂ ਨਾਲ ਦੇ ਦਾ ਘਰ ਵੇਖ ਕੇ ਕਹੀਏ ਨਹੀਂ ਇਹ ਕਦੋਂ ਮਰੇ ਤੇ ਇਹ ਮੈਨੂੰ ਮਿਲ ਜਾਏ। ਸਬਰ ਹੋਵੇ ਜੀਵਨ ਦੇ ਵਿੱਚ। ਚੌਥਾ ਜਿਹੜਾ ਇਸ਼ਨਾਨ ਹੈ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਚੌਥਾ ਇਸ਼ਨਾਨ ਕੌਲ ਸਰ ਦਾ ਹੈ। ਸਾਡਾ ਜਿਹੜੇ ਧਰਮ ਦੀ ਦੁਨੀਆ ਵਾਲੇ ਪਾਸੇ ਤੁਰਦੇ ਆ ਨਾ, ਇੱਕ ਸੰਸਾਰ ਦੀ ਦੁਨੀਆ ਹੈ, ਇਹਦਾ ਸਫ਼ਰ ਬਾਹਰ ਵਾਲੇ ਪਾਸੇ ਨੂੰ ਹੁੰਦਾ ਹੈ। ਜਿਉਂ-ਜਿਉਂ ਬਾਹਰ ਨੂੰ ਜਾਓਗੇ ਤਿਉਂ-ਤਿਉਂ ਨਵੀਂ ਖੋਜ ਲੱਭਦੀ ਹੈ। ਤੇ ਜਿਹੜਾ ਧਰਮ ਦਾ ਸਫ਼ਰ ਹੈ ਉਹ ਅੰਦਰ ਵਾਲੇ ਪਾਸੇ ਨੂੰ ਹੁੰਦਾ ਹੈ। ਜਿਉਂ-ਜਿਉਂ ਸੁਰਤ ਅੰਦਰ ਨੂੰ ਜਾਂਦੀ ਹੈ ਤਿਉਂ-ਤਿਉਂ ਪਰਮਾਤਮਾ ਦੀ ਪ੍ਰਾਪਤੀ ਜਾਂ ਉਹਦੀ ਜਿਹੜੀ ਹੈ ਉਹ ਨੇੜਤਾ ਮਿਲਦੀ ਜਾਂਦੀ ਹੈ। ਸਾਡੇ ਅੰਦਰ ਹਿਰਦੇ ਦੇ ਅੰਦਰ ਸਾਡੀ ਨਾਭ ਕਮਲ ਜਿੱਥੇ ਹੈ, ਇਹਨੂੰ ਧੁੰਨੀ ਆਖੋ, ਉਹਦੇ ਤੇ ਇੱਕ ਕਮਲ ਹੁੰਦਾ ਹੈ। ਸਕੈਨ ਕਰਾ ਕੇ ਨਹੀਂ ਲੱਭਦਾ। ਜਿਵੇਂ ਮਨ ਹੁੰਦਾ ਹੈ ਨਾ, ਮਨ ਸਰੀਰ 'ਚ ਹੈ ਜ਼ਰੂਰ, ਪਰ ਜੇਕਰ ਕੋਈ ਟੈਸਟ ਕਰਾ ਕੇ ਆਖੇ ਨਾ ਮੈਂ ਲੱਭ ਲੈਣਾ ਹੈ ਤੇ ਅੱਜ ਹੀ ਮਨ ਨੂੰ ਜਾ ਕੇ ਧੁਆ ਦੇਣਾ ਹੈ, ਪਰ ਮਨ ਜਿਹੜਾ ਹੈ ਉਹ ਲੱਭੇਗਾ ਨਹੀਂ। ਇਹ ਸੂਖਸ਼ਮ ਹੈ, ਅਤ ਦਾ ਸੂਖਸ਼ਮ। ਤੇ ਮਹਾਰਾਜ ਕਹਿੰਦੇ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੋ। ਇਹ ਕਾਬੂ ਵਿੱਚ ਨਹੀਂ ਆਉਂਦਾ। ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀਏ। ਤੇ ਮਹਾਰਾਜ ਕਾਬੂ ਕਿਵੇਂ ਦਾ ਕਰੀਏ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦੀ ਮਨ ਜੀਤਿਆ ਜਗ ਤਿਨੇ ਜਿਤਾਨਾ। ਗੁਰੂ ਦੀ ਕਿਰਪਾ ਨਾਲ ਜਿਹੜਾ ਮਨ ਜਿੱਤ ਲੈਂਦੇ ਆ ਉਹ ਜਗਤ ਦੇ ਵਿਜੇਤਾ ਹੁੰਦੇ ਨੇ। ਮਨ ਜੀਤੇ ਜਗ ਜੀਤ। ਚੌਥਾ ਇਸ਼ਨਾਨ ਜਿਹੜਾ ਹੈ ਉਹ ਕੌਲ ਸਰ ਦਾ। ਉੱਥੇ ਅਰਦਾਸ ਫਿਰ ਇਹ ਹੁੰਦੀ ਹੈ ਕਿ ਸਤਿਗੁਰੂ ਮਹਾਰਾਜ ਅਸੀਂ ਤੇਰੇ ਘਰ ਦੇ ਵਿੱਚ ਆਏ, ਰਾਮਸਰ ਵਿੱਚ ਆਏ, ਅਸੀਂ ਕਿਰਪਾ ਤੇਰੀ ਦੇ ਨਾਲ ਵਿਵੇਕ ਬੁੱਧੀ ਵੀ ਪ੍ਰਾਪਤ ਕੀਤੀ। ਸਤਿਗੁਰੂ ਮਹਾਰਾਜ ਤੂੰ ਸਾਨੂੰ ਸੰਤੋਖ ਦੀ ਦਾਤ ਦਿੱਤੀ। ਹੁਣ ਇਹਨਾਂ ਕੁ ਨਾਮ ਦੀ ਦਾਤ ਦੇ ਕੇ ਸਾਡਾ ਹਿਰਦੇ ਦਾ ਕਮਲ ਖਿੜ ਜਾਏ। ਤੇ ਜਿੱਦਣ ਹਿਰਦੇ ਦਾ ਕਮਲ ਖਿੜਦਾ ਹੈ ਫਿਰ ਹਰਮੰਦਰ ਦਾ ਇਸ਼ਨਾਨ ਹੋ ਜਾਂਦਾ ਹੈ। ਪੰਜਵਾਂ ਇਸ਼ਨਾਨ ਹਰਮੰਦਰ ਸਾਹਿਬ ਦਾ ਇਸ਼ਨਾਨ ਹੈ ਕਿ ਜਦੋਂ ਵੀ ਤੁਸੀਂ ਜਾਓ, ਇੰਡੀਆ ਜਾਓ, ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਓ ਤੇ ਸਮਾਂ ਕੱਢ ਕੇ ਜ਼ਰੂਰ ਜਾਇਓ। ਕਾਹਲੀ ਦੇ ਨਾਲ ਨਹੀਂ ਕਿ ਅੱਜ ਗਏ ਤੇ ਦਵਾ ਦਵ ਦਰਸ਼ਨ ਕੀਤੇ, ਪਾਸੇ ਦੀ ਪਰਿਕਰਮਾ ਕੀਤੀਆਂ, ਛੇਤੀ ਨਾਲ ਮੁੜ ਆਏ। ਨਹੀਂ, ਉੱਥੇ ਸਤਿਗੁਰੂ ਮਹਾਰਾਜ ਦੀ ਕਿਰਪਾ ਵਰਤਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇਹ ਨਹੀਂ ਕਹਿੰਦੇ ਕਿ ਗੁਰੂ ਰਾਮਦਾਸ ਹੁੰਦੇ ਸੀ 1534 ਵਿੱਚ ਇੱਥੇ, ਉਹ ਫਿਰ ਚਲੇ ਗਏ 86 87 ਦੇ ਵਿੱਚ ਇੱਥੋਂ। ਨਹੀਂ, ਗੁਰੂ ਰਾਮਦਾਸ ਮਹਾਰਾਜ ਅੱਜ ਵੀ ਉੱਥੇ ਮੌਜੂਦ ਨੇ। ਜਿਹੜਾ ਸ਼ਰਧਾ ਧਾਰਨ ਕਰਕੇ ਜਾਂਦਾ, ਸੰਗਤ ਦੇ ਵਿੱਚ ਖਲੋ ਜਾਂਦਾ ਹੈ ਨਾ, ਪਤਾ ਨਹੀਂ ਸੰਗਤ ਦੇ ਵਿੱਚ ਕਿੱਥੋਂ ਕਿੱਥੋਂ ਕਿਰਪਾ ਵਰਤਦੀ ਹੈ। ਗੁਰੂ ਰਾਮਦਾਸ ਮਹਾਰਾਜ ਉੱਥੇ ਕਿਹੜੇ ਕਿਹੜੇ ਰੂਪ ਦੇ ਵਿੱਚ ਸਾਨੂੰ ਮਿਲ ਜਾਏ। ਸ਼ਰਧਾ ਲੈ ਕੇ ਜਾਣਾ, ਭਾਵਨਾ ਲੈ ਕੇ ਜਾਣਾ। ਮਹਾਰਾਜ ਕਹਿੰਦੇ ਡਿੱਠੇ ਸਭੇ ਥਾਮ ਨਹੀਂ ਤੁਧ ਦੇਹਿਆ। ਸੰਸਾਰ ਵਿੱਚ ਕਿਉਂ ਥਾਂ ਨਹੀਂ? ਦੇਖੋ ਹਰਮੰਦਰ ਸਾਹਿਬ ਜਾਂਦੇ ਹੋ ਨਾ, ਉੱਥੇ ਦੋ ਸਥਾਨ ਬਿਲਕੁਲ ਸਰੋਵਰ ਦੇ ਕੰਢੇ ਤੇ ਆ। ਬਾਬਾ ਦੀਪ ਸਿੰਘ ਜੀ ਦਾ ਇੱਕ ਲਾਚੀ ਬੇਰ ਤੇ ਤੀਸਰਾ ਬਾਬਾ ਬੁੱਢਾ ਸਾਹਿਬ ਬੇਰ ਤੇ ਚੌਥਾ ਜਿਹੜਾ ਹੈ ਉਹ ਦੁੱਖ ਭੰਜਨੀ ਬੇਰੀ। ਇਹ ਚਾਰ ਸਥਾਨ ਜਿਹੜੇ ਨੇ ਨਾ ਇਹ ਬਿਲਕੁਲ ਸਰੋਵਰ ਦੇ ਕੰਢੇ ਤੇ ਆ। ਪਰ ਤੁਸੀਂ ਦੇਖੋ ਇਹ ਚਾਰੇ ਥਾਂ ਜਿਹੜੇ ਨੇ ਇਹ ਵੀ ਗੁਰੂ ਰਾਮਦਾਸ ਦੇ ਹਰਮੰਦਰ ਤੋਂ ਉੱਚੇ ਬਣੇ ਹੋਏ ਨੇ। ਇਹਨਾਂ ਦੇ ਵੀ ਥੜੇ, ਇਹਨਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਬੌਲੀਆਂ ਨੇ, ਇਹਨਾਂ ਦੀਆਂ ਬਣੀਆਂ ਹੋਈਆਂ ਪਾਲਕੀਆਂ ਜਿਹੜੀਆਂ ਨੇ ਨਾ ਉਹ ਹਰਮੰਦਰ ਤੋਂ ਉੱਚੀਆਂ ਬਣੀਆਂ ਨੇ। ਪਰ ਹਰਮੰਦਰ ਜਿਹੜਾ ਹੈ ਅੱਤ ਦਾ ਨੀਵਾਂ ਬਣਿਆ। ਪ੍ਰੋਫੈਸਰ ਪੂਰਨ ਸਿੰਘ ਆਖਦੇ ਨੇ, ਕਹਿੰਦੇ ਨੇ ਹਰਮੰਦਰ ਜਿਸ ਦਿਨ ਸਤਿਗੁਰੂ ਮਹਾਰਾਜ ਨੇ ਸਾਜਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਉੱਥੇ ਬਾਣੀ ਦਾ ਪ੍ਰਵਾਹ ਚੱਲਦਾ ਪਿਆ ਹੈ। ਡਾਕਟਰ ਮੁਹੰਮਦ ਲਤੀਫ ਹੋਏ ਨੇ, ਉਹ ਕਹਿੰਦੇ ਨੇ ਕਿ ਜਿਸ ਜਗ੍ਹਾ ਦੇ ਉੱਤੇ ਹਰ ਕੀ ਪੌੜੀ ਹੈ, ਇਸ ਜਗ੍ਹਾ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੈਠ ਕੇ ਕੀਰਤਨ ਕੀਤਾ ਹੈ ਤੇ ਹਰੀ ਆਪ ਆ ਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਕੀਰਤਨ ਗਾਉਂਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਤੋਂ ਚੱਲਦੇ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਤੋਂ ਚੱਲਦੇ ਤੇ ਇੱਥੇ ਹੀ ਮੇਲ ਆ ਕੇ ਹੁੰਦਾ ਸੀ। ਗੁਰੂ ਅਮਰਦਾਸ ਮਹਾਰਾਜ ਉਹ ਬਾਸਰਕੇ ਤੋਂ ਚੱਲਦੇ ਆ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਤੋਂ ਚੱਲਦੇ ਤੇ ਫਿਰ ਮੇਲ ਇੱਥੇ ਹੋਣਾ। ਤੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਗੁਰੂ ਰਾਮਦਾਸ ਜੀ ਨੂੰ ਕਿ ਇਸ ਜਗ੍ਹਾ ਉੱਤੇ ਸਿੱਖਾਂ ਦਾ ਕੇਂਦਰੀ ਸਥਾਨ ਬਣਾਇਓ। ਇੱਥੇ ਭੋਗ ਤੇ ਮੁਕਤੀ ਦੇ ਪ੍ਰਵਾਹ ਚੱਲਣਗੇ। ਇੱਥੇ ਚਾਰ ਪਦਾਰਥ ਮਿਲਣਗੇ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ।
ਇਸ ਧਰਤੀ ਦੇ ਜਿਹੜਾ ਆ ਜਾਏਗਾ ਉਹਦੀਆਂ ਮਨੋ ਭਾਵਨਾਵਾਂ ਪੂਰੀਆਂ ਹੋਣਗੀਆਂ। ਪ੍ਰੋਫੈਸਰ ਪੂਰਨ ਸਿੰਘ ਆਖਦੇ ਨੇ ਜਦੋਂ ਪ੍ਰਕਰਮਾਂ 'ਚ ਤੁਸੀਂ ਉਤਰੋ ਪਹਿਲਾ ਪੈਰ ਰੱਖੋ, ਉਸ ਪੈਰ ਦੇ ਨਾਲ ਤੁਹਾਡੀ ਰਫ਼ਤਾਰ ਜਿਹੜੀ ਹੈ ਉਹ ਬਿਲਕੁਲ ਧੀਮੀ ਹੋਵੇ, ਤੁਸੀਂ ਹੌਲੀ ਹੌਲੀ ਚੱਲੋ। ਇਹਦੀਆਂ ਪ੍ਰਕਰਮਾਂ ਹਰਮੰਦਰ ਦੀਆਂ ਪ੍ਰਕਰਮਾਂ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਲੱਖਾਂ ਸਿੰਘਾਂ ਦੇ ਸੀਸ ਲੱਗੇ ਹੋਏ ਨੇ, ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਇੱਥੇ। ਇੱਕ ਇੱਕ ਸਿਰ ਦੇ ਥੱਲੇ ਸੈਂਕੜੇ ਸ਼ਹੀਦ ਜਿਹੜੇ ਆਤਮਾ ਨੇ ਉਹ ਆਪਣੀ ਸਮਾਧੀ ਜੋੜ ਕੇ ਬੈਠੇ ਆ। ਹੌਲੀ ਦੇ ਨਾਲ ਚੱਲਿਓ, ਕਿਤੇ ਤੁਹਾਡੀ ਕਾਲੀ ਆਹਟ ਦੇ ਨਾਲ ਉਹਨਾਂ ਦੀ ਸਮਾਧੀ ਨਾ ਖੁੱਲ ਜਾਏ। ਹਰਮੰਦਰ ਜਦੋਂ ਦਰਸ਼ਨ ਕਰਦੇ ਹੋ ਤੇ ਸਭ ਤੋਂ ਪਹਿਲਾਂ ਜਦੋਂ ਜਾਂਦੇ ਹੋ ਤੁਸੀਂ ਲੰਗਰ ਵਾਲੀ ਬਾਈ ਵਾਲੇ ਪਾਸਿਓਂ, ਸਭ ਤੋਂ ਪਹਿਲਾਂ ਉਸ ਅਸਥਾਨ ਦੇ ਦਰਸ਼ਨ ਹੁੰਦੇ ਆ ਜਿਹਨੂੰ ਬਾਣੀ ਵਿੱਚ ਆਖਿਆ ਗਿਆ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਦੇਖੋ ਬਾਣੀ ਲਿਖਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਤੇ ਅਰਥ ਬਾਬਾ ਦੀਪ ਸਿੰਘ ਕਰਦੇ ਪਏ ਆ। ਬਾਣੀ ਕੱਲਾ ਕਈਆਂ ਨੇ ਕਹਿ ਦਿੱਤਾ ਨਹੀਂ ਜੀ ਇਹ ਤਾਂ ਐਵੇਂ ਦੇ ਵਿਚਾਰ ਤੇ ਨਹੀਂ ਸਿਰਫ ਲਿਖ ਦਿੱਤਾ। ਮਹਾਰਾਜ ਕਹਿੰਦੇ ਸਮਾਂ ਆਏਗਾ ਸਿੱਖ ਆਪਣੇ ਸਰੀਰਾਂ ਨਾਲ ਇਹ ਬਾਣੀ ਦੇ ਅਰਥ ਕਰਿਆ ਕਰਨਗੇ। ਪਹਿਲਾ ਅਸਥਾਨ ਹਰਮੰਦਰ ਦੇ ਅੰਦਰ ਸੀਸ ਦੇ ਕੇ ਜੇਕਰ ਕਿਸੇ ਨੂੰ ਮਿਲਿਆ ਤੇ ਉਹ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਆਖਦੀ ਹੈ ਕਿ ਸਤਿਗੁਰ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੇ ਸੀਸ ਗੁਰੂ ਨੂੰ ਭੇਟਾ ਕਰਦੇ ਜੇ ਗੁਰੂ ਨੂੰ ਕਿਤੇ ਚੰਗਾ ਲੱਗ ਜਾਵੇ। ਪਰ ਮਹਾਰਾਜ ਇਹ ਵੀ ਨਹੀਂ ਕਹਿੰਦੇ ਕਿ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਪੁੱਠਾ ਜਾਏ। ਜੇ ਸਲਾਮ ਵੀ ਕੀਤਾ, ਸਿਰ ਵੀ ਝੁਕਾਇਆ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਤੇ ਜਾ ਕੇ ਮਨ ਮਤ ਵੀ ਕਰ ਲਈ, ਮਹਾਰਾਜ ਕਹਿੰਦੇ ਇਹ ਪ੍ਰਵਾਨ ਨਹੀਂ ਹੋਣਾ। ਸਤਿਗੁਰੂ ਮਹਾਰਾਜ ਕਹਿੰਦੇ ਅਪਰਾਧੀ ਤੂੰ ਨਾ ਨੀਵੇਂ ਜਿਉ ਹੰਤਾ ਮਿਲ ਗਾਹੇ। ਦੂਸਰਾ ਅੱਗੇ ਜਾਂਦੇ ਆ, ਅੱਗੇ ਜਾ ਕੇ ਉਹ ਅਸਥਾਨ ਦੇ ਦਰਸ਼ਨ ਹੁੰਦੇ ਨੇ ਜਿਹਨੂੰ ਅਸੀਂ ਆਖਦੇ ਹਾਂ ਲਾਚੀ ਬੇਰ। ਇਸ ਅਸਥਾਨ ਤੇ ਗੁਰੂ ਅਰਜਨ ਦੇਵ ਮਹਾਰਾਜ ਬੈਠਿਆ ਕਰਦੇ ਸੀ। ਮਹਾਰਾਜ ਨੇ ਇੱਥੇ ਬੈਠ ਕੇ ਤੇ ਅਗਲਾ ਜਿਹੜਾ ਵਿਹੜਾ ਹੈ ਅਕਾਲ ਤਖਤ ਸਾਹਿਬ ਦਾ, ਇੱਥੇ ਸੰਗਤ ਨੇ ਬੈਠਣਾ। ਇੱਥੇ ਹੀ ਭਾਈ ਸ਼ਾਲੋ ਜੀ ਬੈਠ ਕੇ ਸੰਗਤ ਦੇ ਨਾਲ ਗੱਲਾਂ ਬਾਤਾਂ ਜੋ ਉਪਦੇਸ਼ ਕਰਿਆ ਕਰਦੇ ਸਨ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਜਿੱਦਣ ਹਰਮੰਦਰ ਦੀ ਬੇਅਦਬੀ ਮੱਸੇ ਰੰਗੜ ਨੇ ਕੀਤੀ ਆ ਤੇ ਉਦੋਂ ਵੀ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਘੋੜੇ ਇਸੇ ਬੇਰੀ ਨਾਲ ਬੰਨੇ ਸੀ ਤੇ ਇਸੇ ਬੇਰੀ ਨਾਲ ਘੋੜੇ ਬੰਨ ਕੇ ਅੰਦਰ ਗਏ ਤੇ ਮੱਸੇ ਰੰਗੜ ਦਾ ਸਿਰ ਵੱਢ ਦਿੱਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਅੰਦਰ ਦਰਸ਼ਨੀ ਜੋੜੀ ਵਿੱਚ ਜਾਂਦੇ ਆ ਤੇ ਦਰਸ਼ਨੀ ਜੋੜੀ ਵਿੱਚੋਂ ਜਿਹੜੇ ਕਦਮਾਂ ਦੀ ਗਿਣਤੀ ਆ ਹਰਮੰਦਰ ਸਾਹਿਬ ਤੱਕ ਉਹ 84 ਬਣਦੀ ਆ ਤੇ ਇੱਕ ਮਾਨਤਾ ਬਣੀ ਆਉਂਦੀ ਹੈ ਕਿ 84 ਲੱਖ ਜੂਨਾਂ ਹੁੰਦੀਆਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਸ਼ਰਧਾ ਦੇ ਨਾਲ ਆਈ, ਤੂੰ ਭਾਵਨਾ ਨਾਲ ਆਈ, ਤੂੰ ਭਰੋਸਾ ਗੁਰੂ ਰਾਮਦਾਸ ਤੇ ਕਰਕੇ ਆਈ। ਤੇਰਾ ਇੱਕ ਕਦਮ ਚੱਲੇਗਾ, ਤੇਰੇ ਇੱਕ ਕਦਮ ਦੇ ਨਾਲ ਤੇਰੀ 84 ਖਤਮ ਹੋ ਜਾਏਗੀ। ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਰਾਮਦਾਸ ਦਾ ਘਰ ਸਾਧ ਸੰਗਤ ਐਸਾ ਹੈ, ਵਿਦਵਾਨ ਕਹਿੰਦੇ ਨੇ ਜਿਵੇਂ ਸ਼ੀਸ਼ਾ ਹੁੰਦਾ ਹੈ ਨਾ ਤੇ ਸ਼ੀਸ਼ੇ ਵਿੱਚ ਜਿਵੇਂ ਦਾ ਚਿਹਰਾ ਲੈ ਕੇ ਜਾਓਗੇ ਉਵੇਂ ਦੇ ਦਰਸ਼ਨ ਹੋ ਜਾਂਦੇ ਨੇ। ਆਪਣਾ ਚਿਹਰਾ ਅਸੀਂ ਦੇਖਦੇ ਆ ਨਾ, ਜਿਵੇਂ ਦਾ ਚਿਹਰਾ ਹੋਵੇ ਸ਼ੀਸ਼ਾ ਲੁਕਾਉਂਦਾ ਥੋੜੀ ਹੈ ਕਿ ਤੂੰ ਕੀ ਬਣ ਕੇ ਆਇਆ, ਉਹ ਜੋ ਹੋਏਗਾ ਉਹ ਸਾਹਮਣੇ ਦਿਖਾ ਦੇਗਾ। ਮਹਾਰਾਜ ਕਹਿੰਦੇ ਨੇ ਜੈਸੀ ਭੂਖ ਤੈਸੀ ਕਾ ਪੂਰਕ। ਹੁਣ ਹਰਮੰਦਰ ਸਾਹਿਬ ਦੇ ਅੰਦਰ ਨਿਤ ਚਮਤਕਾਰ ਵੀ ਹੋਏ। ਇੱਕ ਕੀ ਹੋਇਆ ਕਿ ਪੰਜਾਬ ਤੋਂ ਬਾਹਰ ਵਾਲੇ ਨਾ ਕੁਝ ਲੜਕੇ ਨੌਜਵਾਨ ਉਹ ਹਰਮੰਦਰ ਸਾਹਿਬ ਆਏ। ਉਹ ਹਰਮੰਦਰ ਸਾਹਿਬ ਆ ਕੇ ਤੇ ਉਹਨਾਂ ਨੇ ਆਪਸ ਦੇ ਵਿੱਚ ਸ਼ਰਤ ਲਾ ਲਈ ਕਿ ਆ ਨਵਾਂ ਆਈਫੋਨ ਜਿਹੜਾ ਮੈਂ ਉਹਨੂੰ ਦੇ ਦਵਾਂਗਾ ਜਿਹੜਾ ਉਹ ਥਾਂ ਤੇ ਜਾਏਗਾ ਜਿਹਨੂੰ ਅਸੀਂ ਕੋਨੇ ਆਖਦੇ ਆ, ਬੀਬੀਆਂ ਦੇ ਇਸ਼ਨਾਨ ਕਰਨ ਵਾਲੀ ਥਾਂ। ਜਿਹੜਾ ਲੜਕਾ ਅੰਦਰੋਂ ਜਾ ਕੇ ਹੋ ਆਏਗਾ ਨਾ ਉਹਨੂੰ ਆ ਆਈਫੋਨ ਦੇ ਦਵਾਂਗਾ। ਇੱਕ ਲੜਕਾ ਜ਼ਿਆਦਾ ਸ਼ਰਾਰਤੀ ਸੀ, ਉਹ ਕਹਿੰਦਾ ਮੈਂ ਜਾਵਾਂਗਾ। ਉਹਨਾਂ ਸ਼ਰਤ ਲਾਈ, ਕਹਿੰਦੇ ਬਿਲਕੁਲ। ਉਹ ਜਦੋਂ ਅੰਦਰ ਗਿਆ ਤੇ ਬੀਬੀਆਂ ਨੇ ਪੜਿਆ ਉਹਨੂੰ 2-4 ਲਾ ਵੀ ਦਿੱਤੀਆਂ। ਹੁਣ ਉੱਥੇ ਉਹਨੇ ਬਚਨ ਵਾਸਤੇ ਕੀ ਕਿਹਾ, ਕਹਿਣ ਲੱਗਾ ਮੈਨੂੰ ਦਿਸਦਾ ਨਹੀਂ ਸੀ, ਮੈਨੂੰ ਤਾਂ ਕਿਸੇ ਨੇ ਇਸ ਪਾਸੇ ਭੇਜ ਦਿੱਤਾ ਹੈ। ਉਹ ਬੀਬੀਆਂ ਜਿਵੇਂ ਮਹਾਰਾਜ ਕਹਿੰਦੇ ਨਾ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ, ਉਹਨਾਂ ਮਾਈਆਂ ਨੇ ਕੱਢ ਕੇ ਉਹਨੂੰ ਕੋਨਿਆਂ ਚ ਤੇ ਬਾਹਰ ਪਰਕਰਮਾਂ ਚ ਖਰਾਬ ਦਿੱਤਾ ਕਿ ਕੋਈ ਆਪੇ ਵੇਖ ਕੇ ਇਹਨੂੰ ਲੈ ਜਾਏਗਾ। ਜਿਹੜਾ ਨਾਲ ਹੋਵੇਗਾ ਉਹ ਮੈਂ ਪਰਕਰਮਾਂ ਦੇ ਵਿੱਚ ਖਲੋਤਾ ਹੈ ਤੇ ਨਾਲ ਦੇ ਸਾਥੀ ਦੋਸਤ ਜਿਹੜੇ ਨੇ ਉਹ ਆਵਾਜ਼ਾਂ ਮਾਰਦੇ ਨੇ ਕਿ ਆ ਜਾ ਤੂੰ ਜਿੱਤ ਗਿਆ ਹੈ, ਪਰ ਉਹ ਉੱਥੇ ਹੀ ਖਲੋਤਾ ਰਿਹਾ। ਇੱਕ ਨੇ ਹਿੰਮਤ ਕੀਤੀ, ਆ ਕੇ ਉਹਨੇ ਬਾਹ ਫੜੀ, ਕਹਿੰਦਾ ਜਲਦੀ ਕਰ ਇੱਥੇ ਫਿਰ ਕੋਈ ਆ ਕੇ ਸਾਨੂੰ ਫੜੇਗਾ। ਉਹਦੀਆਂ ਅੱਖਾਂ ਦੇ ਵਿੱਚੋਂ ਅਥਰੂ ਐਵੇਂ ਡਿੱਗੇ ਜਿਵੇਂ ਝਰਨਾ ਤੁਰ ਪੈਂਦਾ ਹੈ। ਉਹਨਾਂ ਕਿਹਾ ਕੀ ਹੋਇਆ, ਰੋਂਦਾ ਕਿਉਂ?
ਕਹਿੰਦਾ ਮੈਂ ਅੰਦਰ ਕਹਿ ਕੇ ਆਇਆ ਸੀ, ਮੈਨੂੰ ਦਿਸਦਾ ਕੋਈ ਨਹੀਂ, ਮੈਂ ਬਾਹਰ ਆਇਆ, ਮੈਨੂੰ ਸੱਚੀ ਕੁਝ ਨਹੀਂ ਦਿਸਦਾ ਪਿਆ। ਉਹ ਉੱਥੇ ਫਿਰ ਆਪਣਾ ਗਿਆਨੀ ਪੂਰਨ ਸਿੰਘ ਹੁੰਦੇ ਸੀ ਉਸ ਵੇਲੇ। ਉਹਨਾਂ ਗਿਆਨੀ ਪੂਰਨ ਸਿੰਘ ਉਹਨਾਂ ਨੂੰ ਕਿਹਾ ਕਿ ਅਸੀਂ ਗਲਤੀ ਤਾਂ ਸਾਡੀ, ਅਸੀਂ ਆਪ ਕੁਝ ਕੀਤਾ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਇਹਦੀਆਂ ਅੱਖਾਂ ਵਾਪਸ ਆ ਜਾਏ, ਤੁਸੀਂ ਅਰਦਾਸ ਕਰੋ। ਉਦੋਂ ਫਿਰ ਗਿਆਨੀ ਪੂਰਨ ਸਿੰਘ ਸਾਹਿਬ ਉਹਨਾਂ ਨੇ ਅਰਦਾਸ ਕੀਤੀ ਉੱਥੇ, ਤੇ ਅਰਦਾਸ ਕਰਕੇ ਨਾਲ ਉਹਨਾਂ ਸੇਵਾ ਲਾ ਦਿੱਤੀ। ਕਹਿੰਦੇ ਜੋੜੇ ਘਰੇ ਜਾਓ, ਹਰ ਜੋੜਾ ਜਦੋਂ ਝਾੜੋਗੇ ਨਾ, ਉਸ ਜੋੜੇ ਨੂੰ ਝਾੜ ਕੇ ਰੁਮਾਲ ਦੇ ਨਾਲ ਤੇ ਇਹਦੀਆਂ ਅੱਖਾਂ ਤੇ ਲਾਓ। ਸਵਾ ਮਹੀਨਾ ਉਹਨਾਂ ਨੇ 40 ਦਿਨ ਲਗਾਤਾਰ ਸੇਵਾ ਕੀਤੀ ਤੇ 40 ਦਿਨਾਂ ਬਾਅਦ ਉਹਦੀ ਅੱਖਾਂ ਦੀ ਰੋਸ਼ਨੀ ਵਾਪਸ ਆਈ। ਪਰ ਜੇਕਰ ਸੱਚੀ ਮੁੱਚੀ ਕੋਈ ਰੋਗੀ ਹੋਵੇ, ਕੋਈ ਬਿਮਾਰ ਹੋਵੇ, ਜਿਹਨੂੰ ਡਾਕਟਰ ਕਹਿ ਦੇਣ ਕਿ ਤੇਰਾ ਇਲਾਜ ਕੋਈ ਨਹੀਂ, ਉਹ ਸ਼ਰਧਾ ਧਾਰਨ ਕਰਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਚਲੇ ਜਾਂਦਾ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਸ਼ਰਧਾ ਨਾਲ ਕੋਈ ਆਵੇ, ਉਹਦੀ ਝੋਲੀ ਉੱਥੇ ਖਾਲੀ ਨਹੀਂ ਰਹਿੰਦੀ। ਵਾਸੂ ਭਾਰਦਵਾਜ ਤੁਸੀਂ ਆਮ ਸੁਣਿਆ ਹੋਣਾ, ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਨਾਲ ਮੰਜੀ ਸਾਹਿਬ ਜੀ ਨੇ ਆ ਕੇ ਦੱਸਿਆ ਕਿ ਕਿਵੇਂ ਬ੍ਰੇਨ ਟਿਊਮਰ ਹੋਈ, ਕਿਵੇਂ ਮੈਂ ਇਸ ਬ੍ਰੇਨ ਟਿਊਮਰ ਦਾ, ਮੈਨੂੰ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਕੁਝ ਦਿਨ ਦਾ ਮਹਿਮਾਨ, ਪਰ ਜਿਹਨੂੰ ਗੁਰੂ ਰਾਮਦਾਸ ਮਹਾਰਾਜ ਰੱਖਦਾ ਪਿਆ। ਡਾਕਟਰ ਭਾਵੇਂ ਕਹਿਣ ਕਿ ਤੂੰ ਅੱਜ ਮਰੇਗਾ, ਪਰ ਮਹਾਰਾਜ ਕਹਿੰਦੇ ਬਿਨਾਂ ਸਵਾਸਾਂ ਤੋਂ ਵੀ ਉਹ ਸਤਿਗੁਰੂ ਰੱਖ ਲੈਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ 'ਚ ਜਦੋਂ ਦਰਸ਼ਨ ਕਰੋ, ਮਹਾਰਾਜ ਜੀ ਦੇ ਉਹ ਕਦਮਾਂ ਦੀ ਗਿਣਤੀ ਜਿਹੜੀ ਹੈ ਉਹ 84 ਵਿਦਵਾਨ ਸੱਜਣ ਲਿਖਦੇ ਆ, ਤੇ ਕਹਿੰਦੇ ਨੇ ਸ਼ਰਧਾ ਦੇ ਨਾਲ ਤੂੰ ਆ, ਭਾਵਨਾ ਦੇ ਨਾਲ ਤੂੰ ਆਏਗਾ, ਤੇਰੀ 84 ਖਤਮ ਹੋ ਜਾਏਗੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਜਿੱਦਣ ਹਰਿਮੰਦਰ ਸਾਹਿਬ ਤਿਆਰ ਕਰਵਾਇਆ ਹੈ, ਤੇ ਇਹਦਾ ਗੁੰਮਦ ਜਿਹੜਾ ਹੈ ਨਾ, ਤੁਸੀਂ ਪੌੜੀਆਂ ਉਤਰੋ ਤੇ ਸਾਹਮਣੇ ਉਹ ਤਸਵੀਰ ਲੱਗੀ ਹੋਈ ਹਰਿਮੰਦਰ ਸਾਹਿਬ ਦੀ, ਤੁਸੀਂ ਦੇਖੋਗੇ ਆਮ ਕਰ ਗੁਰਦੁਆਰਿਆਂ ਦੇ ਗੁੰਮਦ ਜਿਹੜੇ ਨੇ ਉਹ ਖੜੇ ਹੁੰਦੇ ਨੇ। ਅਕਾਲ ਤਖਤ ਸਾਹਿਬ ਦਾ ਗੁੰਮਦ ਖੜਾ ਹੈ, ਪਰ ਜਿਹੜਾ ਹਰਿਮੰਦਰ ਸਾਹਿਬ ਦਾ ਗੁੰਮਦ ਹੈ ਉਹ ਐਵੇਂ ਜਿਵੇਂ ਕਮਲ ਦਾ ਫੁੱਲ ਪੁੱਠਾ ਲਟਕਿਆ ਹੋਵੇ, ਕਮਲ ਦਾ ਫੁੱਲ ਪੁੱਠਾ ਹੋਵੇ। ਸਤਿਗੁਰੂ ਮਹਾਰਾਜ ਨੂੰ ਸਿੱਖ ਆਖਦੇ ਨੇ, ਜਦੋਂ ਮਹਾਰਾਜ ਕਹਿੰਦੇ ਗੁੰਮਦ ਬੈਠਵਾਂ ਬਣਾਉਣਾ ਹੈ, ਮਹਾਰਾਜ ਕਿਉਂ? ਸਤਿਗੁਰੂ ਮਹਾਰਾਜ ਕਹਿੰਦੇ ਲੋਕ ਮਾਇਆ ਦੇ ਪਿੱਛੇ ਦੌੜਦੇ ਆ, ਮਾਇਆ ਦਾ ਨਿਵਾਸ ਕਮਲ ਦੇ ਫੁੱਲ ਵਿੱਚ ਹੁੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਕਮਲ ਹੀ ਪੁੱਠਾ ਕਰ ਦੇਣਾ, ਇੱਥੇ ਮਾਇਆ ਦੇ ਪਿੱਛੇ ਦੌੜਨਾ ਨਹੀਂ ਪਏਗਾ, ਮਾਇਆ ਦੌੜ ਕੇ ਇੱਥੇ ਆਵੇਗੀ। ਸਤਿਗੁਰੂ ਮਹਾਰਾਜ ਕਹਿੰਦੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਹੁਣ ਜਦੋਂ ਹਰਿਮੰਦਰ ਸਾਹਿਬ ਦੇ ਬਾਹਰ ਦਰਸ਼ਨ ਕਰੋ ਤੇ ਸਤਿਗੁਰੂ ਮਹਾਰਾਜ ਨੇ ਦੋ ਸਾਨੂੰ ਉੱਥੇ ਨਿਸ਼ਾਨ ਸਾਹਿਬ ਲਾ ਕੇ, ਦੋ ਉਹ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਇਸ ਗੱਲ ਦੇ ਪ੍ਰਤੀਕ ਕਰਾ ਦਿੱਤੇ ਕਿ ਜਿਹੜਾ ਹਰਿਮੰਦਰ ਹੈ, ਧਰਮ ਹੈ, ਇਹ ਹਮੇਸ਼ਾ ਉੱਚਾ ਹੋਵੇਗਾ, ਜਿਹੜੀ ਰਾਜਨੀਤੀ ਹੈ ਉਹ ਹਮੇਸ਼ਾ ਨੀਵੀਂ ਹੋਏਗੀ। ਹਰਿਮੰਦਰ ਵਿੱਚ ਬੈਠ ਕੇ ਅਕਾਲ ਤਖਤ ਸਾਹਿਬ ਨਹੀਂ ਦਿਸੇਗਾ, ਪਰ ਅਕਾਲ ਤਖਤ ਸਾਹਿਬ ਵਿੱਚ ਬੈਠ ਕੇ ਹਰਿਮੰਦਰ ਦੇ ਦਰਸ਼ਨ ਹੋਣਗੇ। ਸਿਖਰ ਤੇ ਬੈਠ ਕੇ ਨੀਵੀਆਂ ਚੀਜ਼ਾਂ ਨਹੀਂ ਦਿਸਦੀਆਂ, ਪਰ ਅਖੀਰ ਤੇ ਜਦੋਂ ਕਿਤੇ ਬੈਠੇ ਹੋ ਨਾ ਦੁਨੀਆ ਦੇ ਸਿਖਰ ਤੇ, ਧਰਮ ਉਸ ਵੇਲੇ ਵੀ ਉੱਚਾ ਹੁੰਦਾ ਹੈ। ਮਹਾਰਾਜ ਦੇ ਸਾਹਮਣੇ ਅਰਦਾਸ ਕਰਦੇ ਹਾਂ, ਅਸੀਂ ਬਚਨ ਪੜ੍ਹਦੇ ਹਾਂ, ਸ਼ਹੀਦਾਂ ਦਾ ਪਹਿਰਾ ਜਦੋਂ ਪੜ੍ਹਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਅੱਗੇ ਪੜ੍ਹਦੇ ਹਾਂ ਜੀ, ਧਰਮ ਨਹੀਂ ਹਾਰਿਆ। ਮਹਾਰਾਜ ਕਹਿੰਦੇ ਧਰਮ ਜਿਹੜਾ ਉਹ ਕਦੀ ਨਹੀਂ ਹਾਰਦਾ, ਜੇਕਰ ਕਿਤੇ ਹਾਰਿਆ ਦਿਸੇ ਫਿਰ ਉਹ ਧਰਮੀ ਨਹੀਂ ਹੋ ਸਕਦਾ। ਜ਼ਾਂਗੀਰ ਸਮੇਂ ਦੀ ਬਾਦਸ਼ਾਹ ਹੈ ਨਾ, ਰਾਜਨੀਤੀ ਹੈ ਤਾਕਤ ਤੇ ਸਮੇਂ ਦੀ, ਪਰ ਉੱਥੇ ਧਰਮੀ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ। ਕਿੱਥੇ ਆ ਰਿਹਾ ਧਰਮ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਧਰਮ ਨੇ, ਤੇ ਜਹਾਂਗੀਰ 4 ਲੜਾਈਆਂ ਕਰਦਾ ਹੈ ਤੇ ਉੱਥੇ ਵੀ ਧਰਮ ਜਿੱਤਿਆ। ਦਿੱਲੀ ਚਾਂਦਨੀ ਚੌਂਕ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਨੇ। ਔਰੰਗਜ਼ੇਬ ਕਹਿੰਦਾ ਹੈ ਕਿ ਧਰਮ ਅੱਜ ਹਾਰੇਗਾ, ਪਰ ਸਤਿਗੁਰੂ ਮਹਾਰਾਜ ਉੱਥੇ ਵੀ ਧਰਮ ਜਿੱਤਿਆ, ਉੱਥੇ ਰਾਜਨੀਤੀ ਨਹੀਂ ਜਿੱਤੀ। ਮਹਾਰਾਜ ਕਹਿੰਦੇ ਧਰਮ ਕਦੀ ਨਹੀਂ ਹਾਰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਅਸਥਾਨ ਐਸਾ ਹੈ ਕਿ ਜੇਕਰ ਸ਼ਬਦਾਂ ਨਾਲ ਤੁਸੀਂ ਜਾਂਦੇ ਹੋ, ਸੰਗਤ ਬਹੁਤ ਹੋਵੇ ਤੇ ਕਈ ਵਾਰੀ ਧੱਕਾ ਲੱਗ ਜਾਂਦਾ ਹੈ ਨਾ, ਤੇ ਬੰਦਾ ਸੋਚਦਾ ਨਹੀਂ ਮੈਨੂੰ ਧੱਕਾ ਕਿਉਂ ਕਿਸੇ ਨੇ ਮਾਰਿਆ, ਪਰ ਸੱਚ ਕਰਕੇ ਜਾਣੋ ਉੱਥੇ ਵੱਜਿਆ ਹੋਇਆ ਧੱਕਾ ਆ ਦੁਨੀਆ ਦੇ ਧੱਕੇ ਮੁਕਾ ਦਿੰਦਾ ਹੈ। ਦੁਨੀਆ 'ਚ ਵੱਜਦੇ ਹੋਏ ਜਿਹੜੇ ਧੱਕੇ ਆ ਨਾ,
ਕਦੀ ਕਾਰੋਬਾਰ ਦਾ ਧੱਕਾ ਵੱਜਿਆ, ਕਦੀ ਦੁੱਖਾਂ ਦਾ ਧੱਕਾ ਵੱਜ ਗਿਆ, ਕਦੀ ਤਕਲੀਫ ਆਈ, ਕਦੀ ਕੋਈ ਪਰੇਸ਼ਾਨੀ ਆਈ, ਮਹਾਰਾਜ ਕਹਿੰਦੇ ਇਸ ਘਰ ਦੇ ਵਿੱਚ ਵੱਜਿਆ ਧੱਕਾ ਸੰਸਾਰਿਕ ਦੁੱਖਾਂ ਦੀ ਨਿਵਰਤੀ ਕਰ ਦੇਗਾ। ਇੱਕ ਬੁੰਦਿਆਂ ਵਾਲੇ ਸੰਤ ਹੁੰਦੇ ਸੀ, ਉਹਨਾਂ ਲਈ ਰਾਸ ਲੀਲਾ ਪਾਉਣ ਵਾਸਤੇ ਜਦੋਂ ਆਉਣਾ, ਉਹ ਕ੍ਰਿਸ਼ਨ ਭਗਤ ਸੀ ਤੇ ਉਹਨਾਂ ਰਾਸ ਲੀਲਾ ਤੋਂ ਬਾਅਦ ਵਿੱਚ ਦੁਰਗਿਆਨਾ ਮੰਦਿਰ ਤੋਂ ਨਾ ਜਲਦੀ ਨਾਲ ਹਰਮੰਦਰ ਪਹੁੰਚ ਜਾਣਾ, ਪ੍ਰਕਰਮਾਂ ਵਿੱਚ ਬੈਠ ਕੇ ਕੀਰਤਨ ਸੁਣਨਾ ਤੇ ਜਦੋਂ ਕਿਸੇ ਨੇ ਗੱਲ ਕਰ ਲੱਗਣੀ ਤੇ ਉਹਨਾਂ ਨੇ ਰੂੰ ਦੇ ਬੁੰਦੇ ਬਣਾ ਕੇ ਕੰਨਾਂ ਨਾਲ ਟੰਗੇ, ਉਹ ਕੰਨਾਂ ਵਿੱਚ ਦੇ ਰਹੇ ਨੇ। ਤੇ ਜਦੋਂ ਕਿਸੇ ਨੇ ਪੁੱਛਣਾ, ਕਹਿੰਦੇ ਇਹ ਕਿਉਂ? ਕਹਿੰਦੇ ਬਸ ਅੰਦਰ ਅੰਮ੍ਰਿਤ ਪਾਇਆ ਸੀ ਹੁਣੇ, ਤੇ ਕਿਤੇ ਇਹ ਨਾ ਹੋਵੇ ਕਿ ਤੁਸੀਂ ਜ਼ਹਿਰ ਵਿੱਚ ਘੋਲਦੇ ਹੋ ਗੱਲਾਂ ਦਾ। ਉਹ ਘਰ ਐਸਾ, ਉਹ ਵਿਦਵਾਨ ਕਹਿੰਦੇ ਨੇ ਗਵਾਲੀਅਰ ਵਾਲੇ ਇੱਕ ਮਹਾਂਪੁਰਖ ਹੋਏ, ਉਹ ਕਹਿੰਦੇ ਨੇ ਹਰਮੰਦਰ ਨੀਵਾਂ ਕਿਉਂ? ਕਹਿੰਦੇ ਜਿਹੜੀ ਭਾਰੀ ਚੀਜ਼ ਹੁੰਦੀ ਉਹ ਹਮੇਸ਼ਾ ਨੀਵੀਂ ਹੋ ਜਾਂਦੀ, ਤੱਕੜੀ ਦੇ ਪਲੜੇ। ਕਹਿੰਦੇ ਹੌਲੀ ਚੀਜ਼ ਤਾਂ ਚਲੇ ਜਾਂਦੀ ਹੈ ਤੇ ਭਾਰੀ ਥੱਲੇ ਆ ਜਾਂਦੀ ਆ। ਸਤਿਗੁਰੂ ਮਹਾਰਾਜ ਨੇ ਸੱਚਖੰਡ ਥੱਲੇ ਲਿਆ ਦਿੱਤਾ, ਨਰਕ ਸਵਰਗ ਜਿਹੜੇ ਸੀ ਉਹ ਪਲੜੇ ਚ ਪਾ ਕੇ ਤਾਂ ਚੱਕ ਦਿੱਤੇ ਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਐਸਾ, ਜੈਸੀ ਭੂਖ ਤੈਸੀ ਕਾ ਪੁਰਖ। ਗੁਰੂ ਰਾਮਦਾਸ ਮਹਾਰਾਜ ਅੱਜ ਵੀ ਉੱਥੇ ਨੇ, ਪਰ ਸ਼ਰਧਾ ਨਾਲ ਜਾਓ। ਮਹਾਰਾਜ ਕਹਿੰਦੇ ਨੇ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਕਿਰਪਾ ਕਰੇ ਕਿ ਅਸੀਂ ਜਦੋਂ ਵੀ ਜਾਈਏ, ਅਸੀਂ ਰੋਜ਼ ਅਰਦਾਸ ਕਰਦੇ ਹਾਂ ਕਿ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਸਾਨੂੰ ਇਹ ਇਸ਼ਨਾਨ ਕਰਨ ਦਾ ਸਮਾਂ ਮਿਲ ਜਾਏ ਤੇ ਅਸੀਂ ਸ਼ਰਧਾ ਭਾਵਨਾ ਕਰਕੇ, ਕੱਲਾ ਸਰੋਵਰ ਨਹੀਂ, ਉਹਨਾਂ ਸਰੋਵਰਾਂ ਦੇ ਵਿੱਚ ਗੁਰੂ ਕੀ ਬਖਸ਼ਿਸ਼ ਵਰਤਦੀ ਪਈ ਹੈ। ਤੇ ਜਿਹੜਾ ਭਾਵਨਾ ਦੇ ਨਾਲ ਜਾਏਗਾ, ਉਹਨੂੰ ਰਾਮ ਦਾ ਸਰ ਵੀ ਮਿਲੇਗਾ, ਉਹਨੂੰ ਵਿਵੇਕ ਬੁੱਧੀ ਵੀ ਮਿਲੇਗੀ, ਉਹਨੂੰ ਸੰਤੋਖ ਵੀ ਮਿਲੇਗਾ, ਹਿਰਦੇ ਦਾ ਕਮਲ ਵੀ ਖਿੜੇਗਾ ਤੇ ਉਹਦੇ ਅੰਦਰ ਹਰਮੰਦਰ ਦੇ ਦੀਦਾਰ ਵੀ ਹੋਣਗੇ। ਗੁਰੂ ਰਾਮਦਾਸ ਮਹਾਰਾਜ ਕਿਰਪਾ ਬਖਸ਼ਿਸ਼ ਰਹਿਮਤ ਕਰਨ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅੱਗੇ ਗੁਰੂ ਰਾਮਦਾਸ ਦੀਆਂ ਤੇ ਸਿਫਤਾਂ ਇੰਨੀਆਂ ਨੇ ਕਿ ਸਾਰੀ ਜ਼ਿੰਦਗੀ ਕਰੀ ਜਾਓ ਤੇ ਤਾਂ ਵੀ ਜ਼ਿੰਦਗੀ ਮੁੱਕ ਸਕਦੀ ਹੈ। ਗੁਰੂ ਰਾਮਦਾਸ ਦੀ ਸਿਫਤਾਂ ਨਹੀਂ ਮੁੱਕ ਸਕਦੀਆਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਜੀ। ਅੱਜ ਸ਼ਾਮ ਤੱਕ ਆਪ ਦੀ ਹਾਜ਼ਰੀ ਸੀ ਚਰਨਾਂ ਦੇ ਅੰਦਰ, ਅਖੀਰਲੀ ਹਾਜ਼ਰੀ ਜਿਹੜੀ ਹੈ ਉਹ ਐਤਵਾਰ ਦੇ ਦੀਵਾਨ ਦੀ। ਗੁਰੂ ਕਿਰਪਾ ਕਰੇ ਜਿਵੇਂ ਸਤਿਗੁਰ ਮਹਾਰਾਜ ਨੇ ਸਮਾਂ ਬਖਸ਼ਿਆ, ਆਪ ਸੰਗਤ ਦੇ ਚਰਨ ਪਰਸਾਂਗੇ। ਬੋਲਦਿਆਂ ਹੋਈਆਂ ਬਿਰਧ ਭੁੱਲਾਂ ਦੀ ਖਿਮਾ, ਆਸੀਸ ਬਖਸ਼ੋ, ਮਿਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਮਾਰੀ, ਜਿਉ ਪਿੰਡ ਸਭ ਤੇਰਾ ਵਾਹਿਗੁਰੂ।